ਵਾਹਿਗੁਰੂ ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾਉ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਨਾਸਕ ਸ਼੍ਰੀ ਹਰਿ ਗੋਬਿੰਦ ਸੁਮਤ ਪਰਿਕਾਸਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸ ਪੁਨ ਪੁਨ ਸੀਸਾ ਨੰਦੋ ਬਾਰ ਬਾਰ ਜਗ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਗਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਗਨ ਬਿਨਾਸਨ ਸੋਏ ਦੋਹਰਾ ਬੁੱਢਾ ਪਿਓ ਮਹਾਤਮਾ ਛੁਏ ਬਿਕਾਰ ਨਾ ਲੀਸ਼ ਸਦਾ ਏਕ ਰਸ ਮੇ ਰਹਿਓ ਅਪਰਨ ਹਤੇ ਕਲੇਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਣੋ ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਪਿਛਲੇ ਦਿਨੀ ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ ਜਿਸ ਤਰ੍ਹਾਂ ਇੱਕ ਦਿਨ ਮਾਤਾ ਗੁਜਰੀ ਜੀ ਨੇ ਆਪਣੇ ਪੁੱਤਰ ਬਾਲਾ ਪ੍ਰੀਤਮ ਜੀ ਨੂੰ ਕਿਹਾ, ਪੁੱਤਰ ਮੈਨੂੰ ਕਿਸੇ ਐਸੇ ਬ੍ਰਹਮ ਗਿਆਨੀ ਦੇ ਦਰਸ਼ਨ ਕਰਾਓ ਜਿਸ ਬਾਰੇ ਸੁਖਮਨੀ ਸਾਹਿਬ 'ਚ ਲਿਖਿਆ ਹੈ, ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਵਿਖਾਟੀ ਤੈਸਾ ਮਾਨ ਤੈਸਾ ਅਭਿਮਾਨ। ਤੇ ਪਾਤਸ਼ਾਹ ਕਹਿੰਦੇ ਗੱਲ ਹੀ ਕੋਈ ਨਹੀਂ ਮਾਤਾ ਜੀ, ਉਹਨਾਂ ਦੇ ਦਰਸ਼ਨ ਤੁਹਾਨੂੰ ਕੱਲ ਨੂੰ ਹੀ ਹੋ ਜਾਣਗੇ ਪਰ ਪ੍ਰਸ਼ਾਦਾ ਉਹਨਾਂ ਨੂੰ ਛਕਾ ਕੇ ਫੇਰ ਛਕਣਾ ਹੋਵੇਗਾ। तो दूसरे दिन माता जी ने उड़ीकिया। लगभग दोपहर तो बाद बाबा राम कोयल जी बाबे बुढ़ा जी की वंश विचों पहुँच गए और पहुँच करके इन्हों ने पहला पातशाह जी के दर्शन किए, फिर पातशाह जी ने उन्होंने अंदर घर भेजिया महलों में, जाओ बाबा जी प्रशादा तैयार है तुहाडे लई गप्पा छक लो। और नाले माता जी की जी भावना सी ब्रह्म ज्ञानी के दर्शनों की वो पूरी करो। ਤੇ ਇਹ ਵਚਨ ਸਾਰੇ ਆਪਾਂ ਪਿਛਲੇ ਦਿਨੀ ਸਰਵਣ ਕੀਤੇ ਸੀ। ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਰਾਮ ਕੋਇਲ ਜੋ ਅੰਮ੍ਰਿਤ ਛਕਣ ਤੋਂ ਬਾਅਦ ਭਾਈ ਗੁਰਬਖਸ਼ ਸਿੰਘ ਜੀ ਹੋਏ, ਉਹਨਾਂ ਨੇ ਪਾਤਸ਼ਾਹ ਜੀ ਨੂੰ ਆ ਨਮਸਕਾਰ ਕੀਤੀ। ਪਾਤਸ਼ਾਹ ਜੀ ਨੇ ਬੜੀ ਵਡਿਆਈ ਕੀਤੀ ਬਾਬਾ ਬੁੱਢਾ ਜੀ ਤੋਂ ਲੈ ਕੇ ਇਸ ਕੁਲ ਦੀ ਇਸ ਵੰਸ਼ ਦੀ। ਔਰ ਰਾਮ ਕੋਇਲ ਜੀ ਉਸ ਵਡਿਆਈ ਨੂੰ ਸੁਣ ਕੇ ਕਹਿੰਦੇ ਮਹਾਰਾਜ ਬਸ ਕਰੋ, ਇੰਨੀ ਮੈਥੋਂ ਝੱਲੀ ਨਹੀਂ ਜਾਂਦੀ, ਕਿਉਂਕਿ ਇਹ ਵਿਰਲੇ ਵਿਰਲੇ ਹੁੰਦੇ ਆ। ਬਹੁਤੇ ਤਾਂ ਵਡਿਆਈ ਸੁਣ ਕੇ ਗੁਮਾਰੀ ਤਰ੍ਹਾਂ ਫੁੱਲ ਵੀ ਜਾਂਦੇ ਆ ਤੇ ਫਿਰ ਫਟ ਜਾਂਦੇ ਆ। ਵਡਿਆਈ ਝੱਲਣੀ ਵੀ ਬੜੀ ਔਖੀ ਆ। ਭਾਵੇਂ ਕਿ ਇਸ ਘਰ ਦੇ ਵਿੱਚ ਇਹ ਆਤਮਿਕ ਤਾਕਤ ਬਹੁਤ ਹੈ ਪਰ ਫਿਰ ਵੀ ਪਰਮੇਸ਼ਰ ਦੇ ਪਿਆਰੇ ਵਡਿਆਈ ਨੂੰ ਦੂਰ ਹੀ ਰੱਖਦੇ ਆ। ਇਸ ਕਰਕੇ ਸਤਿਗੁਰਾਂ ਨੇ ਬੜੀ ਮਹਿਮਾ ਕੀਤੀ ਕਿ ਤੁਹਾਡੇ ਘਰ ਦਾ ਜੋ ਵੱਡਾ ਬੁੱਢਾ ਬਾਬਾ ਬੁੱਢਾ ਜੀ ਹੋਏ, बड़े महात्मा भाव महा आत्मा वड्डी आत्मा वाले परमेश्वर दे रूप होए, जिन्हां दे लेस मात्र भी विकार कोई उन्हां दे हिरदे नूं नहीं लग्या। एक रस रह करके उन्हां ने
ਜਿੱਥੇ 6 ਗੁਰੂਆਂ ਦੀ ਸੇਵਾ ਕੀਤੀ, ਦਰਸ਼ਨ ਕੀਤੇ, ਉੱਥੇ ਆਪ ਤਾਂ ਤਰੇ ਤੇ ਜਿਨ੍ਹਾਂ ਨੇ ਉਹਨਾਂ ਦੇ ਦਰਸ਼ਨ ਕੀਤੇ ਉਹ ਵੀ ਤਰ ਗਏ। ਉਸ ਤੋਂ ਬਾਅਦ ਪਾਤਸ਼ਾਹ ਜੀ ਨੇ ਰਾਮ ਕੋਇਰ ਜੀ ਨੂੰ ਹੋਰ ਕੀ ਕੁਝ ਗਿਆ ਇਹ ਵਿਚਾਰਾ ਆਪਾਂ ਹੁਣ ਆਰੰਭ ਕਰਕੇ ਸਰਵਣ ਕਰਦੇ ਆ। ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਬੁੱਢਾ ਪਿਓ ਮਹਾਤਮਾ ਜੋ ਬਿਕਾਰ ਨਰੇਸ਼। ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਆਓ ਆਓ ਰਾਮ ਕੋਇਰ ਜੀ, ਕਿਉਂਕਿ ਅੰਮ੍ਰਿਤ ਉਸ ਤੋਂ ਬਾਅਦ ਛਕਦੇ ਹਨ 1699 ਵਿੱਚ। ਇਹ ਉਹਨਾਂ ਦੀ ਬਚਪਨ ਦੀ ਕਹਾਣੀ ਹੈ। ਕਹਿਣ ਲੱਗੇ ਆਓ ਰਾਮ ਕੋਇਰ ਜੀ, ਬੜੀ ਮਹਾਨ ਆਤਮਾ ਹੋ ਤੁਸੀਂ ਤੇ ਤੁਹਾਡੀ ਵੰਸ਼ ਬੜੀ ਮਹਾਨ ਹੈ। ਤੁਹਾਡੀ ਵੰਸ਼ ਦੇ ਪਹਿਲੇ ਸੇਵਕ ਗੁਰੂ ਨਾਨਕ ਦੇ ਘਰ ਦੇ ਬਾਬਾ ਬੁੱਢਾ ਜੀ ਬੜੀ ਮਹਾਨ ਆਤਮਾ ਵਾਲੇ ਹੋਏ ਹਨ, ਜਿਨ੍ਹਾਂ ਦੇ ਮਨ ਨੂੰ ਲੇਸ ਮਾਤਰ ਵੀ ਵਿਕਾਰ ਨਹੀਂ ਵਿਆਪਿਆ ਜੀ। ਸਦਾ ਏਕ ਰਸ ਮੇ ਰਹਿਓ ਅਪਰਨ ਹਤੇ ਕਲੇਸ਼। ਔਰ ਜਿੱਥੇ ਆਪ ਉਹਨਾਂ ਨੇ ਸਹਿਜ ਅਵਸਥਾ ਵਿੱਚ ਵਿਚਰਨਾ ਕੀਤਾ, ਉੱਥੇ ਹੋਰ ਵੀ ਜਿਨ੍ਹਾਂ ਨੇ ਦਰਸ਼ਨ ਕੀਤੇ, ਸੰਗਤ ਕੀਤੀ, ਉਹਨਾਂ ਦੇ ਕਲੇਸ਼ਾਂ ਦਾ, ਦੁੱਖਾਂ ਦਾ ਵੀ ਖਾਤਮਾ ਕਰ ਦਿੱਤਾ ਜੀ। ਰਾਮ ਕੋਇਰ ਸੁਨ ਬੰਸ ਬੜਾਈ ਮਸਤਕ ਟੇਕਿਓ ਗਰੀਬ ਨਿਵਾਈ। ਬਾਬਾ ਰਾਮ ਕੋਇਰ ਜੀ ਹੱਥ ਬੰਨ ਕੇ ਬੈਠੇ ਸੁਣੀ ਜਾਂਦੇ ਨੇ ਤੇ ਵਾਰ-ਵਾਰ ਸਤਿਗੁਰਾਂ ਦੇ ਚਰਨਾਂ ਵਿੱਚ ਮੱਥਾ ਟੇਕਦੇ ਹਨ। ਮਨੋ ਲਾਜ ਕੋ ਭਾਰ ਉਦਾਰਾ ਸੋ ਨ ਜਾਏ ਥਿਰਿਓ ਬਲ ਭਾਰਾ। ਮਾਨੋ ਕਿ ਉਹਨਾਂ ਦਾ ਸੀਸ ਝੁਕ ਰਿਹਾ ਕਿ ਮਹਾਰਾਜ ਇੰਨੀ ਵਡਿਆਈ ਨਾ ਕਰੋ ਕਿ ਸਾਥੋਂ ਸਾਂਭੀ ਵੀ ਨਾ ਜਾਵੇ। ਕੋ ਸਤਨਾਮ ਸ੍ਰੀ ਵਾਹਿਗੁਰੂ। ਮਾਨੋ ਕਿ ਇਸ ਵਡਿਆਈ ਦੇ ਭਾਰ ਨਾਲ ਉਹਨਾਂ ਦਾ ਸੀਸ ਵਾਰ-ਵਾਰ ਝੁਕਦਾ ਹੈ, ਵਾਰ-ਵਾਰ ਝੁਕਦਾ ਰਿਹਾ ਹੈ ਔਰ ਸਤਿਗੁਰਾਂ ਦੇ ਚਰਨਾਂ ਵਿੱਚ ਨਮਸਕਾਰ ਕਰਦੇ ਰਹੇ ਜੀ। ਇਮ ਕਰ ਕੀ ਸਨਮਾਨ ਕਨੇਰਾ ਦੀਨਸ ਸ਼ੁਭ ਮੰਤਰ ਮੈਂ ਡੇਰਾ। ਔਰ ਫਿਰ ਪਾਤਸ਼ਾਹ ਜੀ ਨੇ ਬੜਾ ਪਿਆਰ ਸਤਿਕਾਰ ਕਰਨ ਤੋਂ ਬਾਅਦ ਸਿੱਖਾਂ ਦੀ ਡਿਊਟੀ ਲਾਈ ਆ। ਬਾਬਾ ਰਾਮ ਕੋਇਰ ਜੀ ਨੂੰ ਸੁੰਦਰ ਸਥਾਨ ਤੇ ਉਤਾਰਾ ਕਰਾਓ, ਆਰਾਮ ਕਰਨਗੇ। ਦਿਵਸ ਚਾਰ ਮੇ ਸੰਗਤ ਸਾਰੀ ਪ੍ਰਾਪਤ ਪਈ ਸ਼ਰਮਤ ਹੋਏ ਭਾਰੀ। ਉਹ ਜਿਹੜੀ ਸੰਗਤ ਸੀ ਉਹ 4 ਦਿਨਾਂ ਬਾਅਦ ਪਹੁੰਚੀ, ਕਿਉਂਕਿ ਬਾਬਾ ਰਾਮ ਕੋਇਰ ਜੀ ਨੇ ਤਾਂ ਬੜੀ ਤੇਜ਼ੀ ਦੇ ਨਾਲ ਸਤਿਗੁਰਾਂ ਦੇ ਬਚਨ ਪੂਰੇ ਕਰਨ ਵਾਸਤੇ ਕੁਝ ਘੋੜੀ ਤੇ 25 ਕੋਹ ਦਾ ਪੈਂਡਾ ਤੈਅ ਕੀਤਾ ਤੇ ਬਾਕੀ ਰਹਿੰਦਾ ਕਰਾਮਾਤੀ ਸ਼ਕਤੀ ਨਾਲ ਹੀ ਤੈਅ ਕੀਤਾ। ਔਰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ। ਤਾਂ ਬਾਕੀ ਦੀ ਸੰਗਤ ਜਿਹੜੀ ਆ ਉਹ ਹੌਲੀ ਹੌਲੀ ਪਹੁੰਚਦੀ ਰਹੀ ਤੇ ਚੌਥੇ ਦਿਨ ਆ ਮਿਲੇ ਜੀ। ਸਤਿਗੁਰ ਦਰਸੇ ਧਰੇ ਉਪਾਇਨਾ ਸੀਸ ਨਿਵਾਵੈ ਕੋਮਲ ਪਾਇਨਾ। ਇਸ ਤਰ੍ਹਾਂ ਗੁਰੂ ਪਿਆਰਿਓ ਸਾਰੀ ਸੰਗਤ ਉਹ ਵੀ ਪਹੁੰਚ ਗਈ, ਉਹਨਾਂ ਨੇ ਵੀ ਆਰਾਮ ਕੀਤਾ, ਸਤਿਗੁਰਾਂ ਦੇ ਦਰਸ਼ਨ ਕੀਤੇ ਔਰ ਬੇਅੰਤ ਭੇਟਾਵਾਂ ਸਤਿਗੁਰਾਂ ਦੇ ਚਰਨਾਂ ਵਿੱਚ ਮੱਥਾ ਟੇਕੀਆਂ ਹਨ। ਸਨੇ ਸਨੇ ਡੇਰਾ ਕਰ ਦੀਨਸ ਸ਼ਰਮ ਮਾਰਗ ਨਿਰਬਿਰਤੀ ਕੀਨਸ। ਔਰ ਗੁਰੂ ਕੀਆਂ ਸਿੱਖਾਂ ਨੇ, ਸੇਵਾਦਾਰਾਂ ਨੇ ਇਹ ਸੰਗਤ ਨੂੰ ਵੀ ਥਾਉ ਥਾਈ ਡੇਰਾ ਕਰਵਾਇਆ, ਉਤਾਰਾ ਦਿੱਤਾ ਹੈ ਤੇ ਇਹਨਾਂ ਨੇ ਆਪਣੀ ਜਿਹੜਾ ਥਕਾਵਟ ਸੀ ਰਸਤੇ ਦੀ ਉਹ ਆਰਾਮ ਕਰਕੇ ਦੂਰ ਕੀਤੇ ਜੀ। ਰਹਿਣ ਸਨ ਕਰ ਚੈਨ ਸਮੇਤੇ ਜਾਗੇ ਅੰਮ੍ਰਿਤ ਸਮੇਂ ਪੇਤੇ। ਔਰ ਇਸ ਤਰ੍ਹਾਂ ਗੁਰੂ ਪਿਆਰਿਓ ਰਾਤ ਆ ਗਈ ਹੈ, ਰਾਤ ਨੂੰ ਆਰਾਮ ਕੀਤਾ ਹੈ ਔਰ ਚੈਨ ਦੇ ਨਾਲ ਆਰਾਮ ਕੀਤਾ। ਫਿਰ ਅੰਮ੍ਰਿਤ ਵੇਲਾ ਹੋਇਆ, ਉੱਠੇ ਹਨ। ਸਤਿ ਦਰਵ ਸੁੰਦਰ ਸੀਤਲ ਨੀਰ ਸੋਚ ਸ਼ਨਾਨੇ ਸਰਬ ਸਰੀਰ। ਫਿਰ ਬਾਬਾ ਰਾਮ ਕੋਇਰ ਜੀ ਸਿੱਖ ਸੰਗਤਾਂ ਨੇ ਸਤਲੁਜ ਦਰਿਆ ਦੇ ਵਿੱਚ ਜਾ ਕੇ ਇਸ਼ਨਾਨ ਕੀਤਾ ਹੈ। ਜਪ ਜੀ ਆਦ ਪਠਤ ਗੁਰਬਾਣੀ ਸਤ ਨਾਮ ਸਿਮਰੇ ਅਗਹਾਨੀ। ਔਰ ਫਿਰ ਜੋ ਸਿੱਖ ਦਾ ਨਿਤਨੇਮ ਹੈ ਅੰਮ੍ਰਿਤ ਵੇਲੇ ਦਾ, ਬਾਬਾ ਰਾਮ ਕੋਇਰ ਜੀ ਅਤੇ ਹੋਰ ਸਿੱਖ ਸੰਗਤਾਂ ਨੇ ਕਰਨਾ ਕੀਤਾ ਹੈ। ਸਨੇ ਸਨੇ ਚਲਪੁਰ ਮੇ ਆਏ ਰਾਮ ਕੋਇਰ ਕੇ ਸੰਗ ਸੁਹਾਏ। ਸਤਲੁਜ ਦੇ ਕਿਨਾਰੇ ਬੈਠ ਕੇ ਹੀ ਇਹਨਾਂ ਨੇ ਨਿਤਨੇਮ ਕਰ ਲਿਆ ਸਾਰਿਆਂ ਨੇ। ਫਿਰ ਸਤਿਗੁਰਾਂ ਦੇ ਚਰਨਾਂ ਵਿੱਚ ਅਨੰਦਪੁਰ ਸਾਹਿਬ ਆ ਗਏ ਜੀ। ਇਨ ਸਤਿਗੁਰ ਕਰ ਸੋਚ ਇਸ਼ਨਾਨ ਆਏ ਬਿਰਾਜੇ ਸਭਾ ਸਬਾਨ। ਦੂਜੇ ਪਾਸੇ ਮੇਰੇ ਪ੍ਰੀਤਮ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਤਿਆਰ ਪ੍ਰਤਿਆਰ ਹੋ ਕੇ ਆਪਣੇ ਨਿਤਨੇਮ ਤੋਂ ਵਿਹਲੇ ਹੋ ਕੇ
ਦੀਵਾਨ ਦੇ ਵਿੱਚ ਆ ਸਜੇ ਹਨ। ਸਕਲ ਸਿੱਖ ਤੈਸੇ ਚਲ ਆਏ, ਦਰਸੇ ਸਤਿਗੁਰ ਸੀਸ ਨਿਵਾਏ। ਔਰ ਸਾਰੀਆਂ ਸਿੱਖ ਸੰਗਤਾਂ ਬਾਬਾ ਰਾਮ ਕੌਰ ਜੀ ਹੋਰ ਸਾਰੇ ਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਬੈਠਣ ਲੱਗੇ ਜੀ। ਰਾਮ ਕੋ ਅਗਲੀ ਸੰਗਤ ਸਾਰੀ, ਜਾਏ ਨਮੋ ਗੁਰ ਚਰਨ ਅਗਾਰੀ। ਬਾਬਾ ਰਾਮ ਕੌਰ ਜੀ ਨੇ ਵੀ ਸਾਰੀਆਂ ਸੰਗਤਾਂ ਨੂੰ ਲੈ ਕਰਕੇ ਸਤਿਗੁਰਾਂ ਦੇ ਚਰਨੀ ਲਾਇਆ ਹੈ। ਜਥਾ ਕ੍ਰਮ ਸੋ ਬੈਠੇ ਗੁਰ ਪਾਸ, ਦਰਸ਼ਨ ਦਰਸੇ ਮੋਦ ਪ੍ਰਕਾਸ਼। ਔਰ ਸਾਰੇ ਹੌਲੀ ਹੌਲੀ ਸਤਿਗੁਰਾਂ ਦੇ ਚਰਨਾਂ ਵਿੱਚ ਵਾਰੀ ਨਾਲ ਨਮਸਕਾਰ ਕਰਕੇ ਬੈਠਦੇ ਗਏ ਜੀ। ਤਬ ਅਰਦਾਸੀ ਔਰ ਨਿਹਾਰਿਓ, ਮਹਾਰਾਜ ਗੁਰ ਬਾਕ ਉਚਾਰਿਓ। ਐ ਗੁਰੂ ਪਿਆਰਿਓ, ਸਤਿਗੁਰਾਂ ਨੇ ਅਰਦਾਸੀਏ ਦੇ ਵੱਲ ਦੇਖਿਆ ਹੈ ਤੇ ਉਹਨਾਂ ਨੂੰ ਹੁਕਮ ਦਿੱਤਾ ਹੈ ਜੀ। ਆਗਿਆ ਕੋਸ਼ਪ ਨਿਕਟ ਪਠਾਵੋ, 1000 ਰਾਜਤ ਪਣ ਲਿਆਵੋ। ਜਾ ਬਈ ਸਿੱਖਾ, ਤੂੰ ਖਜ਼ਾਨਚੀ ਕੋਲ ਜਾ ਤੇ ਉਹਨਾਂ ਦੇ ਕੋਲੋਂ 1000 ਰੁਪਈਆ ਚਾਂਦੀ ਦਾ ਜੋ ਉਸ ਵੇਲੇ ਚੱਲਦਾ ਸੀ ਲੈ ਕੇ ਆਓ ਥੈਲੇ। ਸਭ ਕੋ ਪੰਚਾਮ੍ਰਿਤ ਕਰਵਾਏ, ਹੋਏ ਤਿਆਰ ਆਨੋ ਸਹਸਾਏ। ਔਰ ਨਾਲੇ ਕੜਾ ਪ੍ਰਸ਼ਾਦ ਤਿਆਰ ਕਰੋ, ਸਾਰਿਆਂ ਨੂੰ ਖੁੱਲਾ ਛਕਾਉਣਾ ਕਰੋ। ਸੁਨ ਕੇ ਪਿਓ ਕ੍ਰਿਤ ਸਭ ਕਰਕੇ, ਲਿਆਵਤ ਪਿਓ ਸ਼ੀਘਰਾ ਕਰਕੇ। ਔਰ ਅਰਦਾਸੀਏ ਨੇ ਸੇਵਕਾਂ ਨੇ ਜਾ ਕੇ ਤੁਰੰਤ ਪਾਤਸ਼ਾਹ ਜੀ ਦਾ ਹੁਕਮ ਬਜਾਇਆ ਹੈ। ਬਹੁਤ ਸਾਰਾ ਖੁੱਲਾ ਕੜਾ ਪ੍ਰਸ਼ਾਦ ਤਿਆਰ ਹੋਇਆ ਹੈ ਔਰ ਇੱਕ ਥੈਲੀ 1000 ਰੁਪਈਆ ਚਾਂਦੀ ਦਾ ਉਹ ਵੀ ਲੈ ਆਂਦਾ ਜੀ। ਉਹਨੇ ਸਿੱਖ ਸਗਰੇ ਬੁਲਵਾਏ, ਸੁਣ ਸੁਣਿਆਨ ਮਿਲੇ ਇਕ ਥਾਏ। ਔਰ ਸਾਰੀਆਂ ਸਿੱਖ ਸੰਗਤਾਂ ਨੂੰ ਜਿਹੜਾ ਸੀਗਾ ਸਤਿਗੁਰਾਂ ਨੇ ਸੱਦੇ ਦਿੱਤੇ ਵੀ ਆਓ ਹੁਣ ਕੜਾ ਪ੍ਰਸ਼ਾਦ ਵੰਡਿਆ ਜਾਵੇਗਾ। ਸ੍ਰੀ ਸਤਿਗੁਰ ਕੀ ਪਗ ਪਰ ਬੰਦਨ, ਬੈਠੇ ਦਰਸਤ ਹੈ ਅਭਿਨੰਦਨ। ਔਰ ਖੁੱਲਾ ਜਿਹਾ ਕੜਾ ਪ੍ਰਸ਼ਾਦ ਦਾ ਕੜਾਹਾ ਭਰ ਕੇ ਤਿਆਰ ਕਰਾਇਆ ਉਸ ਦਿਨ ਤੇ ਸਾਰੀਆਂ ਸੰਗਤਾਂ ਨੂੰ ਜਿੰਨੀਆਂ ਉੱਥੇ ਪਹੁੰਚੀਆਂ ਆਸੇ ਪਾਸੇ ਜਿੱਥੇ ਜਿੱਥੇ ਉਤਾਰੇ ਕੀਤੇ ਆ ਸਾਰਿਆਂ ਨੂੰ ਇਕੱਠੇ ਸੱਦ ਲਿਆ। ਕਹਿੰਦੇ ਵੀ ਆ ਜਾਓ ਸਾਰੇ ਕੜਾ ਪ੍ਰਸ਼ਾਦ ਛਕੋ। ਰਾਮ ਕੋ ਆਇ ਸੰਗਤ ਜੁਤ ਤਾਹਾ, ਪੂਰਨ ਸਭਾ ਭਈ ਸੁਖ ਤਾਹਾ। ਬਾਬਾ ਰਾਮ ਕੌਰ ਜੀ ਵੀ ਆਪਣੀਆਂ ਸੰਗਤਾਂ ਸਮੇਤ ਉਸ ਸੰਗਤ ਵਿੱਚ ਬੈਠੇ ਹਨ। ਪਾਤਸ਼ਾਹ ਦਸਵੇਂ ਗੁਰ ਸੋ ਹੈ, ਬਿਰਸਾਵਤ ਮੁਖ ਕਮਲ ਮਨੋ ਹੈ। ਮੇਰੇ ਪ੍ਰੀਤਮ ਜੀ ਵੀ ਦਰਬਾਰ ਵਿੱਚ ਵਿਰਾਜਮਾਨ ਮੁਸਕਰਾਉਂਦੇ ਹੋਏ ਸਾਰਿਆਂ ਦੇ ਮਨ ਨੂੰ ਮੋਹ ਰਹੇ ਹਨ। ਕਿਰਪਾ ਸਨੇ ਪਰ ਬੋਲਤ ਬੋਲ, ਕੁੰਡਲ ਢੋਲ ਕਪੋਲਨ ਲੋਲ। ਔਰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਰਪਾ ਦੇ ਭਰੇ ਹੋਏ ਬਚਨ ਸੰਗਤਾਂ ਨੂੰ ਕਹਿ ਰਹੇ ਹਨ। ਦੇਖ ਦੇਖ ਸਿੱਖ ਜੀਵਤ ਮਾਨੋ, ਮਿਟੇ ਪਾਪ ਦੁਖ ਦੋਖ ਮਹਾਨੋ। ਔਰ ਸਿੱਖ ਸੰਗਤਾਂ ਸਤਿਗੁਰਾਂ ਦੇ ਬਚਨ ਸੁਣ ਸੁਣ ਕੇ ਖੁਸ਼ ਹੋ ਰਹੀਆਂ ਤੇ ਮਾਨੋ ਸਤਿਗੁਰੂ ਬਚਨਾਂ ਦੇ ਨਾਲ ਸਾਡੇ ਪਾਪਾਂ ਦਾ ਦੁੱਖਾਂ ਦਾ ਖਾਤਮਾ ਕਰ ਰਹੇ ਹਨ। ਦੇਖਿਓ ਤੇ ਹਾਵਲ ਕੀ ਦਿਸ਼ ਫੇਰ, ਆਗਿਆ ਦੇਤ ਭੈ ਤਿਸ ਬੇਰ। ਅਖੀਰ ਸਮਾਂ ਸੰਪੂਰਨ ਹੋਇਆ, ਬਚਨ ਜਿਹੜੇ ਸਾਨੂੰ ਰੋਕ ਦਿੱਤੇ। ਫਿਰ ਕੜਾ ਪ੍ਰਸ਼ਾਦ ਦੇ ਕੜਾਹੇ ਵੱਲ ਦੇਖਿਆ ਤੇ ਸਿੱਖਾਂ ਨੂੰ ਕੀ ਕਹਿੰਦੇ? ਲੂਟ ਲਿਓ ਸਭ ਕਰੋ ਆਹਾਰਾ, ਕਹਿ ਟੁੱਟੇ ਸਤਿਗੁਰ ਦਰਬਾਰਾ। ਇੱਕ ਤਾਂ ਹੱਥ ਨਾਲ ਬਾਟਿਆਂ 'ਚ ਪਾ ਕੇ ਵੰਡਿਆ ਜਾਂਦਾ ਕੜਾ ਪ੍ਰਸ਼ਾਦ। ਅੱਜ ਮੇਰੇ ਪ੍ਰੀਤਮ ਨੇ ਐਸਾ ਕੌਤਕ ਕੀਤਾ, ਸਾਰਿਆਂ ਨੂੰ ਕਹਿੰਦੇ ਲੁੱਟ ਲਓ, ਕੜਾਹੇ ਦੇ ਵਿੱਚੋਂ ਆਪੇ ਚੱਕ ਲਓ, ਜਿੰਨਾ ਛਕਣਾ ਛਕੋ। ਮਹਿਲਨ ਵਿਖੇ ਬਿਰਾਜੇ ਜਾਏ, ਪਾਛੇ ਉਠੇ ਸਿੰਘ ਸਹਸਾਏ। ਸਤਿਗੁਰੂ ਪਾਤਸ਼ਾਹ ਜੀ ਨੇ ਦੀਵਾਨ ਦੀ ਸਮਾਪਤੀ ਕਰਤੀ, ਸੰਗਤ ਨੂੰ ਕਹਿੰਦੇ ਲੁੱਟ ਲਓ ਪ੍ਰਸ਼ਾਦ, ਆਪੇ ਜਿਹਨੇ ਲੁੱਟਣਾ ਹੈ। ਤੇ ਕਹਿਣ ਲੱਗੇ ਸਾਰਿਆਂ ਨੇ ਉੱਠ ਕੇ ਉਹ ਕੜਾ ਪ੍ਰਸ਼ਾਦ ਕੜਾਹੇ ਵਿੱਚੋਂ ਛਕਣਾ ਸ਼ੁਰੂ ਕੀਤਾ ਹੈ ਜੀ। ਕਹੇ ਸ਼ੀਘਰਤਾ ਲੂਟ ਮਚਾਈ, ਰੇਲੇ ਜਾਏ ਕਹਾਂ ਸੁਮਦਾਈ। ਔਰ ਸਾਰਿਆਂ ਨੇ ਪਾਤਸ਼ਾਹ ਦਾ ਵਚਨ ਸੁਣਦਿਆਂ ਹੀ ਪਾਤਸ਼ਾਹ ਕਹਿੰਦੇ ਲੁੱਟ ਲਓ, ਤੇ ਹੁਣ ਲੁੱਟ ਲਓ ਕਿਹਾ ਤੇ ਫਿਰ ਲੁੱਟਣਾ ਹੀ ਆ। ਸਭ ਨੇ ਬੁੱਕ ਭਰਨੇ ਸ਼ੁਰੂ ਕੀਤੇ ਕੜਾਹੇ ਚੋਂ। ਜੀਤੋ ਜੀਤੋ ਜਿਸ ਜਿਸ ਨੇ ਲੀਨਸਾ, ਡੇਰੇ ਜਾਏ ਸੋ ਖੈਪੋ ਕੀ ਨਸਾ। ਔਰ ਜਿੰਨਾ ਜਿੰਨਾ ਕਿਸੇ ਦੇ ਲੋਟ ਆਇਆ ਬੁੱਕ ਭਰ ਭਰ ਕੇ ਆਪਣੇ ਤੰਬੂਆਂ ਵਿੱਚ ਜਾ ਕੇ ਛਕਣਾ ਕੀਤਾ ਹੈ ਜੀ। ਦੋਏ ਤ੍ਰੈ ਚੌਂਕੋ ਜਿੱਤ ਕੇ ਹਾਰੇ, ਇੱਕ ਇੱਕ ਲਈ ਗਮਨਿਓ ਬਲ ਭਾਰੇ। ਕਈ ਤਾਂ ਆਪਣੇ ਸਾਥੀਆਂ ਵਾਸਤੇ ਵੀ ਜਿਹੜਾ ਸੀਗਾ ਕੜਾ ਪ੍ਰਸ਼ਾਦ ਕਿਸੇ ਬਰਤਨਾਂ ਵਿੱਚ ਪਾ ਕੇ ਲੈ ਗਏ। ਲੂਟ ਤੇ ਅਦ ਕੀ ਰੂਰ ਮਚਾਵਾ, ਦੂਰ ਦੂਰ ਲੋ ਪਹੁੰਚਨ ਪਾਵਾ। ਹੁਣ ਐਸਾ ਪਾਤਸ਼ਾਹ ਜੀ ਨੇ ਪਤਾ ਨਹੀਂ ਕੀ ਕੌਤਕ ਕੀਤਾ ਅੱਜ। ਉਹ ਲੁੱਟਣ ਵਾਲਿਆਂ ਨੇ ਵੀ ਖੂਬ ਰੌਲਾ ਮਚਾਇਆ ਹੈ
ਕੜਾ ਪ੍ਰਸ਼ਾਦ ਕੜਾਹੇ ਦੇ ਵਿੱਚੋਂ ਫਟਾਫਟ ਲੁੱਟਣ ਲੱਗੇ। ਰਾਮ ਕੋ ਹਰ ਪਿਕ ਕੇ ਗੁਰ ਤੌਰ ਅੰਤਰਮੁਖੀ ਪਿਓ ਤਿਸ ਠੌਰ। ਬਾਬਾ ਰਾਮ ਕੌਰ ਜੀ ਚੌਕੜਾ ਮਾਰ ਕੇ ਬੈਠੇ ਰਹੇ, ਸਾਰੀ ਸੰਗਤ ਲੁੱਟ ਰਹੀ ਹੈ। ਸਤਿਗੁਰਾਂ ਦਾ ਪਤਾ ਨਹੀਂ ਹੈ ਕੀ ਕੌਤਕ ਹੈ, ਔਰ ਉਹਨਾਂ ਨੇ ਇਹਦਾ ਕਿਉਂ ਕਹਿ ਦਿੱਤਾ ਵੀ ਲੁੱਟ ਲਓ। ਬਾਬਾ ਰਾਮ ਕੌਰ ਜੀ ਜਿੱਥੇ ਬੈਠੇ ਸਨ ਚੌਕੜਾ ਮਾਰ ਕੇ ਉੱਥੇ ਹੀ ਬੈਠੇ ਰਹੇ ਜੀ। ਬਿਰਤੀ ਸਕੌਚੀ ਪੂਰਬ ਨਿਆਈ ਬੈਠਿਓ ਚਲ ਸਮਾਧ ਲਗਾਏ। ਪੂਰਬ ਕਹਿੰਦੇ ਐ ਕੱਛੂ ਨੂੰ, ਜਿਵੇਂ ਕੱਛੂ ਆਪਣੇ ਸਾਰੇ ਪੈਰਾਂ ਹੱਥਾਂ ਨੂੰ ਆਪਣੇ ਸਿਰ ਨੂੰ ਅੰਦਰ ਖਿੱਚ ਲੈਂਦਾ, ਇਉਂ ਰਾਮ ਕੌਰ ਜੀ ਨੇ ਆਪਣੀ ਸੁਰਤੀ ਬਿਰਤੀ, ਕੰਨਾਂ ਦੀ ਸੰਭਾਲ, ਸੁਣਨਾ ਨਹੀਂ, ਬਾਹਰ ਦੇਖਣਾ ਨਹੀਂ, ਬਾਹਰ ਬੋਲਣਾ ਨਹੀਂ, ਇਹਨਾਂ ਪੰਜਾਂ ਗਿਆਨ ਇੰਦਰੀਆਂ ਨੂੰ ਬਾਬਾ ਜੀ ਨੇ ਆਪਣੇ ਅੰਦਰ ਖਿੱਚਿਆ, ਨੇਤਰ ਬੰਦ ਕਰ ਲਏ ਜੀ। ਲਹਿ ਲੂਟਣ ਕੀ ਦਿਸ਼ਾ ਨਿਹਾਰਿਓ ਸ੍ਰੀ ਗੁਰੂ ਕੋ ਪੁੱਛ ਖਿਆਲ ਵਿਚਾਰਿਓ। ਔਰ ਸੋਚਣ ਲੱਗੇ ਤੇ ਆਪਣੇ ਅੰਦਰ ਸਮਾ ਗਏ ਵੀ ਪਾਤਸ਼ਾਹ ਦੇ ਕੀ ਖਿਆਲ ਹੈ, ਸਮਝ ਨਹੀਂ ਆਉਂਦੀ। ਔਰ ਆਪ ਜੀ ਨੇ ਲੁੱਟਣ ਦੀ ਸਲਾਹ ਵੀ ਨਹੀਂ ਕੀਤੀ, ਉੱਥੇ ਚੌਕੜਾ ਮਾਰ ਕੇ ਬੈਠੇ ਰਹੇ, ਨਾ ਉਹਨਾਂ ਵੱਲ ਦੇਖਦੇ ਹਨ। ਰਾਮ ਕੋ ਹਰ ਕੀ ਸੰਗਤ ਜੋਏ ਆਪਣੇ ਗੁਰ ਕੀ ਗਤ ਕੋ ਜੋਏ। ਉਹ ਜਿਹੜੀ ਸੰਗਤ ਰਾਮ ਕੌਰ ਜੀ ਨਾਲ ਜੁੜੀ ਸੀਗੀ, ਜੇ ਉਹਨਾਂ ਦਾ ਮਹਾਪੁਰਸ਼ ਜਿਹੜਾ ਨਾਲ ਆਇਆ ਬ੍ਰਹਮ ਗਿਆਨੀ ਬਾਬਾ ਰਾਮ ਕੌਰ ਜੀ ਬਾਬੇ ਬੁੱਢੇ ਕੀ ਬੰਸ ਦੇ ਪੋਤਰੇ, ਤਾਂ ਗੁਰੂ ਪਿਆਰਿਓ ਜਦ ਇਹ ਨਹੀਂ ਲੁੱਟ ਰਹੇ ਤਾਂ ਇਹਨਾਂ ਦੇ ਸਾਥੀ ਵੀ ਉੱਥੇ ਹੀ ਇਹਨਾਂ ਨੂੰ ਦੇਖ ਕੇ ਬੈਠੇ ਰਹੇ ਜੀ। ਰੋਕ ਰਖੀ ਕਨ ਬੈਠੀ ਰਹੇ ਉਠੀ ਨਾ ਹਾਲੀ ਬਾਤ ਨਾ ਕਹੀ। ਤਾਂ ਰਾਮ ਕੌਰ ਜੀ ਦੀਆਂ ਸੰਗਤਾਂ ਨੇ ਵੀ ਉੱਠ ਕੇ ਕੜਾਹੇ ਵਿੱਚੋਂ ਕੜਾ ਪ੍ਰਸ਼ਾਦ ਨਹੀਂ ਲੁੱਟਿਆ, ਨਹੀਂ ਹੱਥ ਲਾਇਆਗਾ, ਇਹਨਾਂ ਦੇ ਕੋਲ ਹੀ ਬੈਠੇ ਰਹੇ ਤੇ ਨਾ ਕੁਝ ਹੱਲੇ ਤੇ ਨਾ ਕੁਝ ਬੋਲੇ ਜੀ। ਜਿਉ ਕਿਉ ਤੋ ਟਿਕ ਰਹੇ ਵਿਚਾਰੇ ਅਪਰ ਸਿੱਖ ਲੈ ਗਮਨੇ ਸਾਰੇ। ਉਹ ਸਾਰੇ ਜਿਹੜੇ ਸਨ ਲੋਕ ਉਹ ਤਾਂ ਲੁੱਟ ਲੁੱਟ ਕੇ ਕੜਾ ਪ੍ਰਸ਼ਾਦ ਲੈ ਗਏ। ਬੀਤ ਗਿਓ ਪੁਨ ਕੀਤਕ ਕਾਲ ਰਾਮ ਕੋ ਹਰ ਤਨ ਭਈ ਸੰਭਾਲ। ਇਨਾ ਹੀ ਚਿਰ ਜਿਹੜੀਆਂ ਸੰਗਤਾਂ ਨੂੰ ਹੁਕਮ ਹੋਇਆ ਸੀ ਉਹ ਲੁੱਟਦੀਆਂ ਰਹੀਆਂ ਕੜਾ ਪ੍ਰਸ਼ਾਦ। ਬਾਬਾ ਰਾਮ ਕੌਰ ਜੀ ਨੇਤਰ ਬੰਦ ਕਰਕੇ ਬੈਠੇ ਰਹੇ। ਜਦੋਂ ਉਹਨਾਂ ਨੇ ਨੇਤਰ ਖੋਲੇ ਹਨ, ਖੋਲ ਬਿਲੋਚਨ ਨਿਜ ਸਿਖ ਹੀਰੇ ਉਠ ਗਮਨਿਓ ਪ੍ਰਾਪਤ ਪਾਡੇਰੇ। ਨੇਤਰ ਖੋਲ ਕੇ ਆਪਣੇ ਕੋਲੇ ਬੈਠੇ ਸਾਥੀਆਂ ਵੱਲ ਦੇਖਿਆ ਹੈ, ਉਹਨਾਂ ਨੇ ਵੀ ਇਸ਼ਾਰਾ ਸਮਝਿਆ ਹੈ ਤੇ ਸਾਰੇ ਉੱਠ ਕੇ ਉਹਨਾਂ ਤੰਬੂਆਂ ਵਿੱਚ ਚਲੇ ਗਏ ਜਿੱਥੇ ਇਹਨਾਂ ਨੂੰ ਉਤਾਰਾ ਕਰਵਾਇਆ ਜੀ। ਪ੍ਰਾਚਰ ਪ੍ਰਸੰਗ ਸਕਲ ਮੈਂ ਪਿਓ ਨਹੀਂ ਤਿਹਾਵਲ ਲੂਟਨ ਕੀਓ। ਔਰ ਸੰਗਤਾਂ ਵਿੱਚ ਇਹ ਗੱਲ ਘੁੰਮ ਰਹੀ ਆ ਵੀ ਸਾਰਿਆਂ ਨੇ ਕੜਾ ਪ੍ਰਸ਼ਾਦ ਲੁੱਟਿਆ ਬਾਪੂ ਦੇ ਕਹਿਣ ਤੇ, ਇਹ ਰਾਮ ਕੌਰ ਨੇ ਜਾਂ ਇਹਦੀਆਂ ਸੰਗਤਾਂ ਨੇ ਕਿਉਂ ਨਹੀਂ ਲੁੱਟਿਆ। ਗੱਲ ਫੈਲ ਗਈ ਮੈਂ ਰਾਮ ਕੌਰ ਨੇ ਇਹ ਬਚਨ ਨਹੀਂ ਮੰਨਿਆ ਪ੍ਰਸ਼ਾਦ ਨੂੰ ਲੁੱਟਣ ਵਾਲਾ। ਸੰਗਤ ਸਹਿਜ ਤੇਰੇ ਕੋ ਧਾਰੇ ਰਹੇ ਸਤਿਤ ਨੇ ਹੱਥ ਨਿਕਾਰੇ। ਭਾਈ ਬਾਬਾ ਰਾਮ ਕੌਰ ਜੀ ਆਪਣੀਆਂ ਸੰਗਤਾਂ ਸਮੇਤ ਬੈਠੇ ਰਹੇ। ਇਹਨਾਂ ਨੇ ਉੱਠ ਕੇ ਕੜਾ ਪ੍ਰਸ਼ਾਦ ਨੂੰ ਹੱਥ ਤਾਂ ਕੀ ਲਾਉਣਾ ਸੀ, ਬੁੱਕਲ ਚੋਂ ਹੱਥ ਵੀ ਬਾਹਰ ਨਹੀਂ ਕੱਢੇ। ਸ਼੍ਰੀ ਗੁਜਰੀ ਸੁਨ ਸਰੋਣ ਬਜਾਰੀ ਦੁੱਖ ਸੁਖ ਮੇ ਸਮਪ੍ਰੀਤੀ ਵਿਚਾਰੀ। ਮੇਰਾ ਖਿਆਲ ਹੈ ਕਿ ਮਾਤਾ ਗੁਜਰੀ ਜੀ ਦਾ ਇਹ ਬਚਨ ਅਜੇ ਵੀ ਕਰਕੇ ਦਿਖਾਉਣਾ ਸੀ ਰਾਮ ਕੌਰ ਜੀ ਰਾਹੀਂ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅਮਰ ਤੈਸੀ ਬੇਖਾਟੀ, ਤੈਸਾ ਰੰਗ ਤੈਸਾ ਰਾਜਾਨ। ਤੋ ਇਹ ਜਿਹੜਾ ਸੀਗਾ ਤੈਸਾ ਮਾਨ ਤੈਸਾ ਅਭਿਮਾਨ ਆਦਿ ਆਦਿ, ਇਹ ਬਚਨਾਂ ਤੇ ਮਾਤਾ ਗੁਜਰੀ ਜੀ ਨੇ ਕਿਹਾ ਸੀ ਗੁਰੂ ਗੋਬਿੰਦ ਸਿੰਘ ਪੁੱਤਰ ਆ ਜਿਹੜੇ ਬਚਨ ਪੰਜਵੇਂ ਪਾਤਸ਼ਾਹ ਦੇ ਲਿਖੇ ਸੁਖਮਨੀ ਸਾਹਿਬ ਚ, ਕੀ ਇਹੋ ਜਿਹਾ ਕੋਈ ਸਿੱਖ ਹੈਗਾ। ਤਾਂ ਪਾਤਸ਼ਾਹ ਕਹਿਣ ਲੱਗੇ ਮਾਤਾ ਜੀ ਤੁਹਾਨੂੰ ਦਰਸ਼ਨ ਕਰਾ ਦਿਆਂਗੇ, ਕੱਲ ਨੂੰ ਆ ਜਾਵੇਗਾ, ਤੁਸੀਂ ਪ੍ਰਸ਼ਾਦਾ ਤਿਆਰ ਕਰਿਓ ਉਹਨਾਂ ਵਾਸਤੇ, ਉਹਨਾਂ ਨੂੰ ਛਕਾ ਕੇ ਫਿਰ ਛਕਿਓ। ਉਸੀ ਰਾਮ ਕੌਰ ਜੀ ਤੇ ਅੱਜ ਮਾਤਾ ਜੀ ਨੂੰ ਸ਼ਾਇਦ ਇਹ ਵੀ ਤਜਰਬਾ ਕਰਕੇ ਵਿਖਾਉਣਾ ਸੀਗਾ। ਜਦ ਸਾਰੇ ਗੱਲ ਫੈਲ ਗਈ ਕਿ ਜਿਹੜਾ ਰਾਮ ਕੌਰ ਜੀ ਆਏ ਨੇ, ਉਹਨਾਂ ਨੇ ਉੱਠ ਕਰਕੇ ਉਸ ਕੜਾਹੇ ਚੋਂ ਪ੍ਰਸ਼ਾਦ ਨਹੀਂ ਲੁੱਟਿਆ ਜਿਸ ਦੇ ਵਿੱਚੋਂ ਸੰਗਤਾਂ ਨੇ ਲੁੱਟਣਾ ਕੀਤਾ ਸੀ, ਉਸੇ ਤਰ੍ਹਾਂ ਬਿਰਤੀ ਸੰਕੋਚ ਕੇ ਬੈਠੇ ਰਹੇ। ਜਦੋਂ ਇਹ ਗੱਲ ਮਾਤਾ ਗੁਜਰੀ ਜੀ ਦੇ ਕੰਨਾਂ ਵਿੱਚ ਘਰ ਵਿੱਚ ਪਈ ਹੈ, ਕੰਚਨ ਮਾਟੀ ਸਮ ਹੈ ਜਿਨ ਕੇ ਅਲਪ ਬਾਤੇ ਕਿਆ ਹੈ ਤਿਨ ਕੇ। ਔਰ ਜਿਨ੍ਹਾਂ ਵਾਸਤੇ ਸੋਨਾ ਤੇ ਮਿੱਟੀ ਬਰਾਬਰ ਹੈ ਉਹਨਾਂ ਵਾਸਤੇ ਛੋਟੀ ਜੀ ਗੱਲ ਕੜਾ ਪ੍ਰਸ਼ਾਦ ਲੁੱਟਣਾ ਇਹ ਕਿਹੜੀ ਗੱਲ ਹੈ। ਇੱਥੇ ਜੋ ਲੰਗਰ ਵਰਤਾਉਣੇ ਆ ਸਾਰੀ ਭੱਜ ਦੌੜ ਪੈ ਜਾਂਦੀ ਆ, ਮੈਨੂੰ ਬਾਬਾ ਮੈਨੂੰ ਬਾਬਾ ਮੈਨੂੰ ਹੋ ਜਾਂਦੀ ਆ। ਪਰ ਐਸੇ ਬਿਰਲੇ ਬਿਰਲੇ ਹੈ ਵੀ ਦੁਨੀਆ ਵਿੱਚ ਰੱਬ ਦੇ ਪਿਆਰੇ। ਤੋ ਜਦ ਮਾਤਾ ਜੀ ਦੇ ਕੰਨ ਵਿੱਚ ਇਹ ਗੱਲ ਪਈ
ਕਿ ਗੁਰੂ ਸਾਹਿਬ ਇੰਨਾ ਕਹਿ ਕੇ ਆ ਗਏ, ਸਿੱਖੋ ਲੁੱਟ ਲਓ ਪ੍ਰਸ਼ਾਦ, ਤੇ ਸਾਰੇ ਪੈ ਗਏ ਕਰਾਹੇ ਨੂੰ। ਇੱਕ ਰਾਮ ਕੋਇਰ ਤੇ ਉਹਨਾਂ ਦੀ ਸੰਗਤ ਨਹੀਂ ਉੱਠੀ। ਤਾਂ ਇਹ ਸੁਣ ਕਰਕੇ ਮਾਤਾ ਜੀ ਕਹਿੰਦੇ, ਜਿਨ੍ਹਾਂ ਦੇ ਵਾਸਤੇ ਸੋਨਾ ਤੇ ਮਿੱਟੀ ਬਰਾਬਰ ਹੈ, ਉਹਨਾਂ ਵਾਸਤੇ ਇਹ ਕੀ ਚੀਜ਼ ਹੈ? ਵਾਕਿਆ ਗੱਲ ਸਹੀ ਹੈ। ਧੰਨੇ ਧੰਨੇ ਮਾਤਾ ਜੀ ਕਹੇ, ਇਹ ਬਿਰਤ ਬੜ ਭਾਗਣ ਦੇ ਰਹਿ। ਐਸੀ ਬਿਰਤੀ ਤਾਂ ਵੱਡੇ ਭਾਗਾਂ ਵਾਲਿਆਂ ਦੀ ਹੁੰਦੀ ਹੈ। ਧੰਨ ਹੈ ਰਾਮ ਕੋਇਰ ਜੀ, ਬਾਬਾ ਬੁੱਢਾ ਜੀ ਦੀ ਵੰਸ਼ ਦੇ ਪੁੱਤਰ। ਪਰਮੇਸ਼ਰ ਕੀ ਮੂਰਤ ਸੋਈ, ਹਰ ਕ ਸ਼ੋਕ ਬਿਨ ਸੇ ਜਿਨ ਦੋਈ। ਵਾਕਿਆ ਹੀ ਇਹ ਪਰਮੇਸ਼ਰ ਦੇ ਰੂਪ ਹੋ ਗਏ ਹਨ, ਜੋ ਖੁਸ਼ੀ ਤੇ ਗਮੀ ਦੇ ਵਿੱਚ ਬਰਾਬਰ ਰਹਿੰਦੇ ਹਨ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ, ਜਿਨ੍ਹਾਂ ਦਾ ਅੱਜ ਸ਼ਹੀਦੀ ਦਿਹਾੜਾ ਵੀ ਹੈ। ਤਾਂ ਉਹਨਾਂ ਨੇ ਐਸਾ ਹੀ ਇੱਕ ਵਚਨ ਉਚਾਰਿਆ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈਣੀ ਜਾਕੈ, ਕੰਚਨ ਮਾਟੀ ਮਾਨੈ, ਨੈ ਨਿੰਦਿਆ ਨੈ ਉਸਤਤ ਜਾਕੈ, ਲੋਭ ਮੋਹ ਅਭਿਮਾਨਾ, ਹਰ ਕ ਸੋਗ ਤੇ ਰਹਿ ਨਿਆਰੋ, ਨਾਹੀ ਮਾਨ ਅਭਿਮਾਨ ਨਾਹੀ ਮਾਨ ਅਪਮਾਨਾ। ਐਸੇ ਰੱਬ ਦੇ ਪਿਆਰੇ ਜਿਹੜੇ ਹੁੰਦੇ ਹਨ। ਔਰ ਇਹ ਜਦ ਸਮਾਂ ਆਇਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੇ, ਉਹਨਾਂ ਨੇ ਵਰਤ ਕੇ ਵੀ ਦਿਖਾਇਆ। ਇਦਾਂ ਗੁਰੂ ਪਿਆਰਿਓ, ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਇਹ ਕੌਤਕ ਕਰਕੇ ਵੀ ਦਿਖਾਇਆ। ਤਾਂ ਇਸ ਕਰਕੇ ਐਸੇ ਪਰਮੇਸ਼ਰ ਦੇ ਪਿਆਰੇ ਬਿਰਲੇ ਬਿਰਲੇ ਹੈ, ਜਿਨ੍ਹਾਂ ਦੇ ਸਹਾਰੇ ਦੁਨੀਆ ਖੜੀ ਹੈ। ਐਸੇ ਬ੍ਰਹਮ ਗਿਆਨੀਆਂ ਦੇ ਕਾਰਨ ਹੀ ਇਹ ਦੁਨੀਆ ਖੜੀ ਹੈ, ਨਹੀਂ ਤਾਂ ਦੁਨੀਆ ਖਤਮ ਹੋ ਜਾਵੇ, ਗਰਕ ਜਾਵੇ। ਖੈਰ, ਮਾਤਾ ਜੀ ਰਾਮ ਕੋਇਰ ਜੀ ਦੀ ਮਹਿਮਾ ਕਰਨ ਲੱਗੇ ਜੀ। ਮਹਿਮਾ ਮਹਾ ਮਾਨ ਮਨ ਮਾਹੀ, ਆਪਣ ਸਮੀਪਨ ਸਾਥ ਸਰਾਹੀ। ਤੇ ਜਦੋਂ ਮਾਤਾ ਗੁਜਰੀ ਜੀ ਨੇ ਆਪਣੇ ਕੋਲੇ ਬੈਠੀਆਂ ਬੀਬੀਆਂ ਦੇ ਨਾਲ ਰਾਮ ਕੋਇਰ ਜੀ ਦੀ ਬਹੁਤ ਸਾਰੀ ਸ਼ਲਾਘਾ ਕੀਤੀ ਹੈ। ਬੀਤ ਗਿਓ ਦਿਨ ਨਿਸੇ ਸੁਭਾਤੀ, ਸੋਚ ਸਨਾਨੇ ਪੁਨੇ ਪ੍ਰਭਾਤੀ। ਤੋ ਅੱਜ ਦਾ ਸਾਰਾ ਦਿਨ ਇਸੇ ਤਰ੍ਹਾਂ ਬਤੀਤ ਹੋ ਗਿਆ ਹੈ। ਰਾਤ ਪੈ ਗਈ, ਸਭ ਨੇ ਆਰਾਮ ਕੀਤਾ ਹੈ। ਦੂਜਾ ਦਿਨ ਚੜਿਆ, ਅੰਮ੍ਰਿਤ ਵੇਲਾ ਹੋਇਆ। ਸਿੱਖਾਂ ਨੇ, ਸੰਗਤਾਂ ਨੇ, ਸਤਿਗੁਰਾਂ ਨੇ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਆਦਿ ਕੀਤਾ, ਨੇਮ ਕੀਤਾ ਹੈ ਜੀ। ਬੈਠੇ ਸਤਿਗੁਰ ਲਾਏ ਦੀਵਾਨ, ਬੰਦੇ ਚਰਨ ਕਮਲ ਸਿਖਿਆਨ। ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਆਪਣੇ ਨਿਤਨੇਮ ਤੋਂ ਵਿਹਲੇ ਹੋ ਕੇ, ਜੋ ਉਹਨਾਂ ਦਾ ਨਿਤਨੇਮ ਸੀ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੇ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਅੰਮ੍ਰਿਤ ਵੇਲੇ ਉੱਠ ਕੇ ਪਾਤਸ਼ਾਹ ਜੀ ਇਸ਼ਨਾਨ ਆਦਿ ਕਰਕੇ ਨਿਜ ਸਰੂਪ ਨਾਲ ਜੁੜਦੇ ਸਨ, ਜੋ ਸਾਨੂੰ ਸਾਰਿਆਂ ਨੂੰ ਪਹਿਲੇ ਜਾਮੇ ਤੋਂ ਲੈ ਕੇ 10ਵੇਂ ਜਾਮੇ ਤੱਕ ਸਿੱਖਿਆ ਦਿੱਤੀ ਹੈ। ਔਰ ਚੌਥੇ ਪਾਤਸ਼ਾਹ ਜੀ ਨੇ ਇਹ ਸਾਡਾ ਜਿਹੜਾ ਨੇਮ ਦਾ ਇੱਕ ਸ਼ਬਦ ਬਣਾ ਕੇ ਬਾਣੀ ਵਿੱਚ ਚੜਾ ਦਿੱਤਾ ਹੈ ਕਿ ਜਿਹੜਾ ਆਪਣੇ ਆਪ ਨੂੰ ਗੁਰੂ ਦਾ ਸਿੱਖ ਕਹਾਉਂਦਾ ਹੈ, ਉਹ ਉੱਠ ਕਰਕੇ ਸਿਮਰਨ ਵਿੱਚ ਜੁੜੇ, ਇਸ਼ਨਾਨ ਕਰੇ। ਔਰ ਇਸ਼ਨਾਨ ਕਰਦਾ ਹੋਇਆ ਧਿਆਨ ਗੁਰੂ ਚਰਨਾਂ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਰੱਖੇ, ਭਾਵ ਮੈਂ ਉੱਥੇ ਇਸ਼ਨਾਨ ਕਰ ਰਿਹਾ ਮਾਨੋ। ਔਰ ਉਸ ਤੋਂ ਬਾਅਦ ਦਿਨ ਚੜ੍ਹੇ ਤੇ ਫਿਰ ਉੱਚੀ ਉੱਚੀ ਬਾਣੀ ਪੜ੍ਹੇ। ਜਦੋਂ ਦਿਨ ਨਹੀਂ ਚੜ੍ਹਿਆ, ਦੁਨੀਆ ਸੁੱਤੀ ਪਈ ਹੈ, ਉਦੋਂ ਸਿਮਰਨ ਕਰੇ ਆਪਣੇ ਨਿਜ ਸਰੂਪ ਨਾਲ ਜੁੜ ਕਰਕੇ। ਸੋ ਪਾਤਸ਼ਾਹ ਜੀ ਵੀ ਆਪਣੇ ਨੇਮ ਤੋਂ ਵਿਹਲੇ ਹੋ ਕੇ ਦੀਵਾਨ ਸਜਿਆ, ਦੀਵਾਨ ਵਿੱਚ ਆਪ ਰਾਜੇ ਜੀ। ਰਾਮ ਕੋਇਰ ਸੇ ਸੰਗਤਿ ਆਵਾ, ਕਰ ਪਗ ਨਮੋ ਬੈਠੀ ਹਰਿ ਕਾਵਾ। ਔਰ ਬਾਬਾ ਰਾਮ ਕੋਇਰ ਜੀ ਵੀ ਆਪਣੇ ਤੰਬੂ ਚੋਂ ਨਿਤਨੇਮ ਤੋਂ ਵਿਹਲੇ ਹੋ ਕੇ, ਤਿਆਰ ਪ੍ਰਤਿਆਰ ਹੋ ਕੇ, ਆਪਣੇ ਸੰਗੀਆਂ ਸਾਥੀਆਂ ਸਮੇਤ ਮੇਰੇ ਪ੍ਰੀਤਮ ਦੇ ਚਰਨਾਂ ਵਿੱਚ ਆ ਬੈਠੇ ਜੀ। ਸਤਿਗੁਰ ਦਰਸ਼ਨ ਪ੍ਰੇਮ ਮਾਨੇ, ਦਿਵਸ ਜਾਮਨੀ ਜਿਨ ਕੋ ਧਿਆਨੇ। ਔਰ ਅੱਜ ਤਾਂ ਸਤਿਗੁਰਾਂ ਦੇ ਪ੍ਰਤੱਖ ਦਰਸ਼ਨ ਹੋ ਰਹੇ ਨੇ। ਰਾਮ ਕੋਇਰ ਜੀ ਤਾਂ ਧਿਆਨ ਦੇ ਨਾਲ ਗੁਰੂ ਪਿਆਰਿਓ ਰਮਦਾਸਪੁਰੇ ਆਪਣੇ ਘਰ ਬੈਠੇ ਵੀ ਦਰਸ਼ਨ ਕਰ ਲੈਂਦੇ ਹਨ, ਕਿਉਂਕਿ ਉਹ ਤਾਂ ਬਹੁਤ ਉੱਚੀ ਅਵਸਥਾ ਦੇ ਹਨ। ਪਰ ਅੱਜ ਤਾਂ ਪ੍ਰਤੱਖ ਸਾਹਮਣੇ ਆ, ਫਿਰ ਕਿਉਂ ਨਾ ਕਰਨ। ਦਿਨ ਰਾਤ ਸਤਿਗੁਰਾਂ ਦੇ ਧਿਆਨ ਨਾਲ ਜਿਹੜੇ ਜੁੜੇ ਹਨ। ਸਭ ਕਟ ਕਟ ਕੀ ਗਿਆਤਾ ਵਾਰੇ, ਇਕ ਸੰਗਤ ਕੋ ਬਾਕੂ ਚਾਰੇ। ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਆ ਕੇ ਵਿਰਾਜਮਾਨ ਹੋ ਗਏ। ਰਾਮ ਕੋਇਰ ਜੀ ਵੀ ਆ ਕੇ ਮੱਥਾ ਟੇਕ ਕੇ ਸਾਹਮਣੇ ਬੈਠ ਗਏ। ਭਾਵੇਂ ਸਭ ਜਾਣਦੇ ਆ, ਪਰ ਫਿਰ ਵੀ ਸਾਰੇ ਹਿਰਦਿਆਂ ਦੀਆਂ ਜਾਣਨ ਵਾਲੇ ਰਾਮ ਕੋਇਰ ਜੀ ਨੂੰ ਪੁੱਛਦੇ ਹਨ, ਕਿਉ ਕਰਾਹੋ ਤੁਮ ਲੀਨੋ ਨਾਹੀ, ਰਹੀ ਰਿਦੇ ਮੈਂ ਸਵਾਦਰ ਚਾਹੀ। ਰਾਮ ਕੋਇਰ ਜੀ ਕੀ ਗੱਲ, ਮੈਂ ਕੱਲ ਕਿਹਾ ਸੀਗਾ ਕਿ ਪ੍ਰਸ਼ਾਦ ਕੜਾ ਪ੍ਰਸ਼ਾਦ ਲੁੱਟ ਲਓ, ਸਾਰੀ ਸੰਗਤ ਨੇ ਲੁੱਟਿਆ, ਤੁਸੀਂ ਕਿਉਂ ਨਹੀਂ ਲੁੱਟਿਆ? ਕਿ ਤੁਹਾਡੇ
ਹਿਰਦੇ ਵਿੱਚ ਜਿਹੜੇ ਸਵਾਦ ਆਦਿ ਹਨ ਇਹ ਖਤਮ ਹੋ ਗਏ ਹਨ। समचित राम को हर दिश देख, तुम क्यों कीनस दंभ अभिषेक। ਔਰ ਸਮਚਿਤ ਰਾਮ ਕੌਰ ਜੀ ਵੱਲ ਵੇਖ ਕਰਕੇ ਸਤਿਗੁਰੂ ਨੇ ਪੁੱਛਿਆ ਵੀ ਤੁਸੀਂ ਕਿਉਂ ਨਹੀਂ ਉੱਠੇ ਸਾਡੀ ਗੱਲ ਮੰਨ ਕੇ, ਤੁਸੀਂ ਕਿਉਂ ਨਹੀਂ ਉੱਠ ਕੇ ਲੁੱਟਿਆ ਕੜਾ ਪ੍ਰਸ਼ਾਦ ਕੜਾਹੇ ਚੋਂ। ਉਸੇ ਤਰ੍ਹਾਂ ਕਹਿੰਦੇ ਤੁਸੀਂ ਪਖੰਡ ਕਰਕੇ ਬੈਠੇ ਰਹੇ, ਬੜਾ ਪਖੰਡ ਕੀਤਾ। एक तो हमरे आज्ञा पही, द्वितीय बाचत बिद नरमई। ਇੱਕ ਤਾਂ ਸਾਡਾ ਹੁਕਮ ਸੀਗਾ, ਤੁਸੀਂ ਉਹ ਨਹੀਂ ਮੰਨਿਆ। ਕੜਾ ਖਾਣ ਵਾਲਾ ਮਨਪਸੰਦ ਦਾ ਕੰਮ ਸੀ, ਕੋਈ ਦੁੱਖ ਤਸੀਹੇ ਦਾ ਕੰਮ ਥੋੜਾ ਸੀਗਾ। ਛਕਣਾ ਸੀ ਨਾ, ਤੁਸੀਂ ਵੀ ਉੱਠ ਕੇ ਕੜਾਹੇ ਚੋਂ ਲੁੱਟ ਲੈਣਾ ਸੀਗਾ, ਤੁਸੀਂ ਬੈਠੇ ਰਹੇ, ਕੀ ਗੱਲ ਹੈ? तो तुमने दंभ कमावा, जिसते मन को न थिरावा। ਪਰ ਤੁਸੀਂ ਤਾਂ ਪਖੰਡ ਕਰਦੇ ਹੋਏ ਬੈਠੇ ਰਹੇ। ਭਾਵੇਂ ਸਤਿਗੁਰ ਜਾਣਦੇ ਆ ਕਿ ਰਾਮ ਕੋਲ ਉੱਚੀ ਅਵਸਥਾ ਦੇ ਹੈ, ਪਰ ਅੱਜ ਸ਼ਹਿਰ ਇਹ ਸਭ ਕੁਝ ਕਰਕੇ ਮਾਤਾ ਗੋਜਰੀ ਜੀ ਨੂੰ ਵਿਖਾਉਂਦੇ ਨੇ ਕਿ ਜੋ ਪੰਜਵੇਂ ਪਾਤਸ਼ਾਹ ਨੇ ਸੁਖਮਨੀ ਸਾਹਿਬ 'ਚ ਲਿਖਿਆ, ਤੈਸਾ ਸਵੰਨ ਤੈਸੀ ਉਸ ਮਾਠੀ, ਇਹ ਬਚਨਾਂ ਤੇ ਕੌਣ ਪੂਰਾ ਉਤਰ ਰਿਹਾ ਹੈ। ਤੇ ਜਦ ਰਾਮ ਕੌਰ ਜੀ ਨੂੰ ਕਿਹਾ ਵੀ ਤੁਸੀਂ ਚੌਂਕੜਾ ਮਾਰ ਕੇ ਬੈਠੇ ਰਹੇ, ਤੁਸੀਂ ਕਿਉਂ ਨਹੀਂ ਕੜਾ ਲੁੱਟਿਆ? याते तुमरे मेल मजारी, होए पखंड को बासा भारी। ਇਹ ਤਾਂ ਵही ਪਖੰਡ ਜਾ ਹੋ ਗਿਆ, ਤੁਹਾਡੇ ਸਾਥੀਆਂ ਨੇ ਵੀ ਨਹੀਂ ਲੁੱਟਿਆ, ਤੁਸੀਂ ਵੀ ਨਹੀਂ ਲੁੱਟਿਆ। इस कर युग ते डाले उरसीना, राम को हर न लूटन कीना। ਤਾਂ ਰਾਮ ਕੋਇਲ ਜੀ ਕਹਿਣ ਲੱਗੇ ਮਹਾਰਾਜ ਕਲਯੁਗ ਦਾ ਡਰ ਹਿਰਦੇ ਵਿੱਚ ਵਸਿਆ ਹੋਇਆ ਹੈ, ਇਸੇ ਕਰਕੇ ਮੈਂ ਕੜਾ ਪ੍ਰਸ਼ਾਦ ਨਹੀਂ ਲੁੱਟਿਆ। सब लोकन को जो कल काल, परवेशी पौरन मार्ग चाल। ਮਹਾਰਾਜ ਇਹ ਤਾਂ ਕਲਯੁਗ ਦਰਵਾਜ਼ਿਆਂ ਰਾਹੀਂ ਚੱਲ ਕੇ ਅੰਦਰ ਪ੍ਰਵੇਸ਼ ਕਰਦੇ। ਦਰਵਾਜ਼ੇ ਸਾਡੀ ਅੱਖਾਂ ਹੋਈਆਂ, ਕੰਨ ਹੋਇਆ, ਨਸਕਾ ਹੋਈਆਂ, ਮੁਖ ਹੋਇਆ, ਇੱਥੋਂ ਦੀ ਕਲਯੁਗ ਸਾਡੇ ਅੰਦਰ ਪ੍ਰਵੇਸ਼ ਕਰ ਜਾਂਦਾ। ਮਹਾਰਾਜ ਜੀ ਇਹ ਸੰਸਾਰ ਦੇ ਲੋਕ ਹਨ ਜਿਹੜੇ ਇਹਨਾਂ ਦੇ ਕਲਯੁਗ ਦਾ ਗਲਬਾ ਪਿਆ ਹੋਇਆ ਹੈ। ਇਹ ਕਲਯੁਗ ਤੋਂ ਕਲੀ ਕਾਲ ਤੋਂ ਬਚਣਾ ਬੜਾ ਔਖਾ ਹੈ। ਇਹ ਤਾਂ ਅਸੀਂ ਇੱਥੋਂ ਸਮਾਪਤੀ ਕਰਦੇ ਜਾਂਦੇ ਆ ਤੇ ਉਧਰ ਲੰਗਰ ਦੀ ਤਿਆਰੀ ਹੁੰਦੀ ਹੈ ਤੇ ਰੌਲਾ ਪੈ ਜਾਂਦਾ। ਇਹ ਕੋਈ ਬਿਰਲਾ ਬਿਰਲਾ ਹੀ ਬਚਿਆ। ਵਾਕਿਆ ਗੁਰੂ ਕਿਰਪਾ ਸਦਕਾ ਰਾਮ ਕੋਇਰ ਜੀ ਕਹਿਣ ਲੱਗੇ ਮਹਾਰਾਜ ਮੈਨੂੰ ਤਾਂ ਕਲਯੁਗ ਤੋਂ ਡਰ ਲੱਗਦਾ ਹੈ, ਇਸ ਕਰਕੇ ਮੈਂ ਲੁੱਟਿਆ ਨਹੀਂ। सोइन के पहुंचे जिस पाए, फाते कोटन को पिरसवाए। ਸੋ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਕਲਯੁਗ ਦਾ ਵਾਸਾ ਸੀ, ਉਹਨਾਂ ਨੇ ਇਹਨਾਂ ਦੇ ਅੰਦਰ ਵੜ ਕੇ ਇਹਨਾਂ ਨੂੰ ਲੁੱਟ ਲਿਆ ਹੈ। ਭਾਵ ਇਹਨਾਂ ਨੇ ਛਾਲਾਂ ਮਾਰ ਮਾਰ ਕੇ ਕੜਾ ਲੁੱਟਿਆ ਤੇ ਕਲਯੁਗ ਨੇ ਇਹਨਾਂ ਨੂੰ ਲੁੱਟ ਲਿਆ। प्रेम बचाओ न बने तुम्हारे, कलयुग बरते इसी प्रकारे। ਕਹਿਣ ਲੱਗੇ ਮਹਾਰਾਜ ਕੀ ਕਲਯੁਗ ਸੰਗਤ ਤੇ ਇਦਾਂ ਹੀ ਵਰਦਾ ਰਹੇਗਾ ਤੁਹਾਡੇ ਹੁੰਦੇ ਵੀ? राम को हर सुन के गुरबानी, हाथ जोड़ कर बिने बखाने। ਤਾਂ ਗੁਰੂ ਪਿਆਰਿਓ ਉਸ ਵੇਲੇ ਰਾਮ ਕੋਇਲ ਜੀ ਸਤਿਗੁਰਾਂ ਦੇ ਬਚਨ ਸੁਣ ਕੇ ਬੇਨਤੀ ਕਰਦੇ ਹਨ। हमरे कर कल काल प्रतापो, होए परवेशन एव बिसाखो। ਮਹਾਰਾਜ ਇਹ ਬਖਸ਼ੋ ਆਪੋ। ਕੋਈ ਗੱਲ ਨਹੀਂ ਮਹਾਰਾਜ, ਫਿਰ ਤੁਹਾਡਾ ਹੁਕਮ ਹੈ ਤੇ ਸਾਡੇ ਘਰ ਦੇ ਵਿੱਚ ਵੀ ਕਲੀ ਕਾਲ ਪ੍ਰਤਾਪੋ, ਤੁਹਾਡਾ ਪ੍ਰਤਾਪ ਹੋਣਾ ਚਾਹੀਦਾ ਹੈ। ਜੇ ਤੁਸੀਂ ਚਾਹੁੰਦੇ ਹੋ ਤਾਂ ਭਾਵੇਂ ਕਲਯੁਗ ਦਾ ਪ੍ਰਵੇਸ਼ ਵੀ ਹੋ ਜਾਵੇ। परा शब्द को रख होहे, तन को त्यागन है जथ मोहे। ਜਦੋਂ ਮੇਰੀ ਪ੍ਰਲਭ ਦਾ ਅੰਤ ਹੋਵੇਗਾ, ਭਾਵ ਜਦੋਂ ਮੇਰਾ ਸਰੀਰ ਛੁੱਟੇਗਾ, ਉਸ ਤੋਂ ਕਾਫੀ ਸਮਾਂ ਬਾਅਦ ਸਾਡੇ ਜਗਤ ਵਿੱਚ ਪ੍ਰਗਟ ਰੂਪ ਵਿੱਚ ਫੈਲ ਜਾਵੇ। ਭਾਵ ਪਾਤਸ਼ਾਹ ਕਹਿਣ ਲੱਗੇ ਤੁਹਾਡੇ ਵੀ ਸੰਗਤ ਵਿੱਚ, ਪਰਿਵਾਰ ਵਿੱਚ ਇਹ ਕਲਯੁਗ ਫੈਲ ਜਾਵੇਗਾ। ਕਹਿੰਦੇ ਕੋਈ ਗੱਲ ਨਹੀਂ ਮਹਾਰਾਜ, ਫਿਰ ਜਦ ਸਾਡਾ ਸਰੀਰ ਛੁੱਟ ਜਾਵੇਗਾ ਉਸ ਤੋਂ ਬਾਅਦ ਫੈਲ ਜਾਵੇ। केतक काल तिसके पश्चाते, सब जग में बितरे बखियाते। ਔਰ ਉਹਨਾਂ ਤੋਂ ਬਾਅਦ ਵੀ ਕਿੰਨਾ ਹੀ ਚਿਰ ਐਸਾ ਰੂਪ ਰਹੇਗਾ ਸਹਿਜ ਅਵਸਥਾ ਦਾ, ਫਿਰ ਸਮਾਂ ਆਉਣ ਤੇ ਕਲਯੁਗ प्रवेश करेगा। हम सुत के जब सुत उपजाए, तब तुम वाकफुल को सत पाए। ਕਹਿਣ ਲੱਗੇ ਬਾਬਾ ਰਾਮ ਕੋਇਲ ਜੀ ਕਿ ਮਹਾਰਾਜ ਜਿਹੜਾ ਤੁਸੀਂ ਬਚਨ ਕੀਤਾ ਕਲਯੁਗ ਦਾ, ਜਦ ਮੇਰਾ ਪੋਤਰਾ ਹੋਵੇਗਾ, ਮੇਰੇ ਪੁੱਤਰ ਦੇ ਜਦ ਪੁੱਤਰ ਹੋਵੇਗਾ, ਪੋਤਰਾ ਹੋਵੇਗਾ, ਉਸ ਤੋਂ ਅੱਗੇ ਭਾਵੇਂ ਕਲਯੁਗ ਆ ਜਾਵੇ। एव मस्तपन गुरु बखानी, निज सिख की बानी को मानी। ਏਵਮ ਸਤ ਏਦਾਂ ਹੀ ਹੋਵੇਗਾ। ਏਵ ਮਸਤਨੀ ਏਵਮ ਸਤ ਏਦਾਂ ਹੀ ਹੋਵੇਗਾ ਸਿੱਖਾ।
ਜਿਵੇਂ ਤੂੰ ਚਾਹਣਾ ਹੈ। राम को हर के भाजब पोता तब इनके कर करी अधूता। ਜਦੋਂ ਰਾਮ ਕੋਇਲ ਜੀ ਦੇ ਘਰ ਵਾਕਿਆ ਹੀ ਅੱਗੇ ਚੱਲ ਕੇ ਪੋਤਰਾ ਹੋ ਗਿਆ, ਫਿਰ ਇਸ ਪਰਿਵਾਰ ਵਿੱਚ ਕਲਯੁਗ ਵਰਤ ਗਿਆ। करे को कर्म जगत में जानी है बहुर वंश बिन स्यो पहचानी है। ਬਾਕੀ ਬਈ ਸਮਾਂ ਤਾਂ ਆਉਣਾ ਸੀ, ਇਹ ਵੀ ਸਤਿਗੁਰਾਂ ਦੇ ਹੁਕਮ ਦਾ ਹੀ ਹੈ। मैं तब राम कुएर ने कहो न गुरु दीपक शाबन चयो। ਜੀ ਉਦੋਂ ਕਹਿੰਦੇ ਰਾਮ ਕੋਇਲ ਜੀ ਕਹਿ ਦਿੰਦੇ ਮਹਾਰਾਜ ਬਖਸ਼ ਲੋ, ਤਾਂ ਬਖਸ਼ ਵੀ ਦਿੰਦੇ। इस प्रकार ने अर्ज गुजारी जिनकी मत सतगुरु अनुसारी। ਪਰ ਉਹ ਤਾਂ ਗੁਰੂ ਦੇ ਅਨੁਸਾਰ ਚੱਲਣ ਵਾਲੇ ਸਨ। ਉਹ ਤਾਂ ਜਿਵੇਂ ਗੁਰੂ ਤੈਨੂੰ ਭਾਉਂਦਾ ਉਵੇਂ ਠੀਕ ਹੈ। ਜੋ ਪ੍ਰਭ ਭਾਵੈ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਜੇ ਰਾਮ ਕੋਇਲ ਜੀ ਬਚਨ ਕਰਦੇ ਨੇ ਮਹਾਰਾਜ ਕਿਰਪਾ ਕਰੋ ਕਲਯੁਗ ਤੋਂ ਬਚਾ ਕੇ ਰੱਖਿਓ। ਬਾਦਸ਼ਾਹ ਕਹਿੰਦੇ ਤੁਹਾਡੇ ਕਿਉਂ ਨਹੀਂ ਵਰਤਿਆ ਕਲਯੁਗ? ਕਹਿੰਦੇ ਮਹਾਰਾਜ ਤੁਹਾਡੀ ਮਰਜ਼ੀ ਅਤੇ ਆ ਜਾਵੇ, ਪਰ ਮੇਰੇ ਜਾਣ ਤੋਂ ਬਾਅਦ ਜਦ ਮੇਰੇ ਪੁੱਤਰ ਦੇ ਘਰ ਪੁੱਤਰ ਹੋ ਜਾਵੇ ਉਦੋਂ ਬਾਅਦ ਭਾਵੇਂ ਆ ਜਾਵੇ। ਕਹਿੰਦੇ ਠੀਕ ਹੈ, ਫਿਰ ਉਦੋਂ ਆ ਜਾਵੇਗਾ। ਇਸ ਤਰ੍ਹਾਂ ਦੀ ਜੇ ਬੇਨਤੀ ਕਰ ਦਿੰਦੇ ਫਿਰ ਉਦੋਂ ਵੀ ਹੋ ਜਾਂਦਾ। ਚਲੋ ਖੈਰ ਇਹ ਗੁਰੂ ਦੀ ਮੱਤ ਅਨੁਸਾਰ ਚੱਲਣ ਵਾਲੇ ਆ। ਤੈਸਾ ਮਾਨ ਤੈਸਾ ਬਿਮਹਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ। ਤੋ ਦੇਖੋ ਇਹ ਪੰਕਤੀ ਵੀ ਇੱਥੇ ਲੱਗ ਗਈ ਆ। ਕੋ ਸਤਨਾਮ। ਤੋ ਇਸ ਤਰ੍ਹਾਂ ਰਾਮ ਕੋਇਲ ਜੀ ਨੇ ਇਹ ਬਚਨ ਸਤਿਗੁਰਾਂ ਦੇ ਨਿਭਾਉਣੇ ਕੀਤੇ ਹਨ। इस प्रकार सतगुरु सो विलास करत आनंदपुरे सो प्रकाश। ਇਸ ਤਰ੍ਹਾਂ ਕਈ ਦਿਨ ਆਨੰਦਪੁਰੀ ਦੇ ਵਿੱਚ ਸਤਿਗੁਰਾਂ ਦੇ ਨਾਲ ਰਾਮ ਕੋਇਲ ਜੀ ਇਦਾਂ ਦੇ ਬਚਨ ਵਿਲਾਸ ਕਰਦੇ ਰਹੇ ਜੀ। सुन सुने आवे सिख अनेक सेवे दर्शे रहे विवेक। ਔਰ ਬਹੁਤ ਸਾਰੀਆਂ ਸਿੱਖ ਸੰਗਤਾਂ ਆ ਕੇ ਰਾਮ ਕੋਇਲ ਜੀ ਦੇ ਦਰਸ਼ਨ ਵੀ ਕਰਦੀਆਂ। ਬਾਬੇ ਬੁੱਢੇ ਦੀ ਬੰਸ ਦੇ ਪੁੱਤਰ ਹਨ। ਔਰ ਗੁਰੂ ਪਿਆਰਿਓ ਦਰਸ਼ਨ ਕਰਦੀਆਂ ਨਾਲੇ ਸਤਿਗੁਰਾਂ ਕੋਲੋਂ ਵਿਵੇਕ ਭਾਵ ਬ੍ਰਹਮ ਗਿਆਨ ਲੈਂਦੇ ਹਨ। ਦੋਹਰਾ अबर वार्ता किच कहो राम कोयर की फेर। ਭਾਈ ਸੰਤੋਖ ਸਿੰਘ ਕਵੀ ਲਿਖਦੇ ਹਨ ਕਿ ਰਾਮ ਕੋਇਲ ਜੀ ਦੇ ਜੀਵਨ ਦੀਆਂ ਕੁਝ ਘਟਨਾਵਾਂ ਤੁਹਾਨੂੰ ਅੱਗੇ ਚੱਲ ਕੇ ਹੋਰ ਦੱਸਾਂਗੇ। सो सतगुर की कथा कहो जानत जिम चक हीर। ਔਰ ਉਹ ਸਤਿਗੁਰ ਜੀ ਕਥਾ ਨੂੰ ਇਉਂ ਜਾਣਦੇ ਸਨ ਜਿਵੇਂ ਕੋਈ ਅੱਖਾਂ ਦੇ ਸਾਹਮਣੇ ਕੋਈ ਘਟਨਾ ਹੁੰਦੀ ਵੇਖ ਰਿਹਾ। ਆਪ ਜੀ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਕੋਲ ਕੇਵਲ ਤੇ ਕੇਵਲ ਬਾਬੇ ਨਾਨਕ ਜੀ ਦੀ ਜਨਮ ਸਾਖੀ ਸੀਗੀ। ਗੁਰੂ ਗੋਬਿੰਦ ਸਿੰਘ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਇੱਕ ਦਿਨ ਸਲਾਹ ਕੀਤੀ ਸੀ ਕਿ ਮੇਰਾ ਸਤਿਗੁਰੂ ਨਾਨਕ ਦੇਵ ਤਾਂ ਖੁਦ ਪਰਮੇਸ਼ਰ ਹੈ। ਉਹ ਨਾਲੇ ਬਚਪਨ ਤੋਂ ਲੈ ਕੇ ਅਖੀਰ ਤੱਕ ਦੀ ਪੂਰੀ ਜੀਵਨੀ ਕੋਈ ਜਾਣਦਾ ਹੋਵੇ ਤਾਂ ਉਹਦੇ ਕੋਲੋਂ ਲਿਖਵਾਈਏ। ਤੇ ਇੱਧਰ ਬੈਠੇ ਸੋਚ ਰਹੇ ਨੇ, ਉਧਰੋਂ ਭਾਈ ਬਾਲਾ ਜੀ ਸੰਗਤਾਂ ਵਿੱਚ ਬੈਠੇ ਆ। ਖਿਆਲ ਆਇਆ ਵੀ ਯਾਰ ਅਗਲੇ ਗੁਰੂ ਦੇ ਦਰਸ਼ਨ ਕਰਕੇ ਆਉਣਾ ਚਾਹੀਦਾ ਆਪਾਂ ਨੂੰ। ਤੇ ਭਾਈ ਬਾਲਾ ਜੀ ਚੱਲ ਪਏ ਤੇ ਗੁਰੂ ਅੰਗਦ ਦੇਵ ਜੀ ਕੋਲ ਪਹੁੰਚ ਗਏ। ਉੱਥੇ ਗੱਲਾਂ ਬਾਤਾਂ ਹੋਈਆਂ ਸਾਰੀਆਂ। ਤੁਸੀਂ ਜੀ ਕਿੱਥੋਂ ਆਏ? ਅਸੀਂ ਜੀ ਉੱਥੋਂ ਹੀ ਆਏ ਆ ਨਨਕਾਣਾ ਸਾਹਿਬ ਤੋਂ। ਅੱਛਾ, ਮੇਰੇ ਮਾਲਕ ਦੇ ਪਿੰਡੋਂ? ਹਾਂਜੀ ਹਾਂਜੀ। ਫਿਰ ਤੁਸੀਂ ਉਹਦੇ ਦਰਸ਼ਨ ਕੀਤੇ? ਹਾਂ ਮਹਾਰਾਜ ਅਸੀਂ ਇਕੱਠੇ ਰਹੇ ਹਾਂ। ਅੱਛਾ, ਫਿਰ ਸਾਨੂੰ ਸਾਰੀ ਕਹਾਣੀ ਸੁਣਾਓ। ਕੁਝ ਕਹਾਣੀਆਂ ਸਾਖੀਆਂ ਸੁਣਾਈਆਂ ਬਾਲਾ ਜੀ ਨੇ। ਫਿਰ ਬਾਬਾ ਦੂਜੇ ਪਾਤਸ਼ਾਹ ਜੀ ਕਹਿਣ ਲੱਗੇ ਜੀ ਇਹ ਨਹੀਂ ਗੱਲ ਬਣਦੀ, ਤੁਸੀਂ ਉਹਨਾਂ ਦੇ ਜਨਮ ਤੋਂ ਲੈ ਕੇ ਸੁਣਾਓ ਸਾਰੀ ਤੇ ਆਪਾਂ ਲਿਖਾਂਗੇ ਇਹਨੂੰ। ਕੋ ਸਤਨਾਮ। ਫਿਰ ਜਨਮ ਸਾਖੀ ਲਿਖੀ ਗਈ। ਹੁਣ ਬਾਬੇ ਨਾਨਕ ਦੀ ਜਨਮ ਸਾਖੀ ਲਿਖੀ ਗਈ। ਉਦੋਂ ਬਾਅਦ ਗੁਰੂ ਅੰਗਦ ਤੇ 10ਵੇਂ ਪਾਤਸ਼ਾਹ ਤੱਕ ਜਿਹੜੇ ਸੀਗੇ ਸਰੀਰ ਜਿਹੜੇ ਜੋਤੀ ਜੋਤ ਸਮਾਉਂਦੇ ਰਹੇ, ਪਰ ਇਤਿਹਾਸ ਨਾ ਲਿਖਿਆ। ਉਸ ਤੋਂ ਬਾਅਦ ਸਮਾਂ ਆਇਆ, ਸਿੱਖ ਸੰਗਤਾਂ ਨੇ ਇੱਕ ਦਿਨ ਸਲਾਹ ਕੀਤੀ ਵੀ ਯਾਰ ਸਾਡੇ ਕੋਲ ਇੱਕ ਬਾਬੇ ਨਾਨਕ ਦਾ ਇਤਿਹਾਸ ਹੈ, ਬਾਕੀ 9 ਗੁਰੂਆਂ ਦਾ ਵੀ ਹੋਣਾ ਚਾਹੀਦਾ, ਪਰ ਹੁਣ ਕੌਣ ਦੱਸੂਗਾ? ਫਿਰ ਕਿਸੇ ਸਿਆਣੇ ਸਿੱਖ ਦੇ ਖਿਆਲ ਆਇਆ ਯਾਰ ਬਾਬੇ ਬੁੱਢੇ ਕਿਆ ਨੂੰ ਇਹ ਬਖਸ਼ਿਸ਼ ਹੈ ਬਾਬੇ ਨਾਨਕ ਦੀ। ਮੈਂ ਬੁੱਢਿਆ, ਮੈਂ ਦੁਨੀਆ ਤੋਂ ਭਾਵੇਂ ਓਲੇ ਹੋ ਜਾ ਪਰ ਤੈਥੋਂ ਓਲੇ ਨਹੀਂ ਹੋਵਾਂਗਾ। ਕਹਿੰਦੇ ਗੱਲ ਸਹੀ ਆ ਯਾਰ, ਫਿਰ ਤਾਂ ਇਹ ਗੱਲ ਆਪਾਂ ਨੂੰ ਬਾਬੇ ਬੁੱਢੇ ਕਿਆ ਕੋਲੋਂ ਮਿਲ ਸਕਦੀ ਆ। ਫਿਰ ਜਥਾ ਇਕੱਠਾ ਹੋ ਕੇ ਰਮਦਾਸਪੁਰ ਬਾਬੇ ਬੁੱਢੇ ਕੇ ਨਗਰ ਗਏ। ਉੱਥੇ ਰਾਮ ਕੋਇਲ ਜੀ ਮਿਲੇ, ਜਿਨ੍ਹਾਂ ਨੇ ਗੁਰਤਾ ਗੱਦਿਆ ਤਿਲਕ ਗੁਰੂ ਗੋਬਿੰਦ ਸਿੰਘ ਜੀ ਨੂੰ ਦਿੱਤਾ ਸੀਗਾ। ਉਦੋਂ ਇਹ 2 ਸਾਲ ਦੇ ਸਨ। ਇਹਨਾਂ ਨੇ ਗੂਠੇ ਨਾਲ ਤਿਲਕ ਕਰਾਇਆ ਗਿਆ ਸੀਗਾ। ਉਸ ਤੋਂ ਬਾਅਦ ਇਹਨਾਂ ਨੇ ਸੰਗਤ ਵੀ ਕੀਤੀ ਹੈ 10ਵੇਂ ਪਾਤਸ਼ਾਹ ਦੀ, ਪਰ 10ਵੇਂ ਪਾਤਸ਼ਾਹ ਤੋਂ ਬਾਅਦ ਵੀ ਇਹ ਸੀਗੇ। ਫਿਰ ਸੰਗਤਾਂ ਨੇ ਬੇਨਤੀ ਕੀਤੀ ਬਾਬਾ ਜੀ ਸਾਨੂੰ ਗੁਰੂ ਅੰਗਦ ਦੇਵ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਦਾ ਸਾਰਾ ਇਤਿਹਾਸ ਲਿਖਾਓ। ਪਹਿਲਾਂ ਤਾਂ ਰਾਮ ਕੋਇਲ ਜੀ ਕਹਿੰਦੇ ਭਾਈ ਸਾਨੂੰ ਕੀ ਪਤਾ, ਅਸੀਂ ਤਾਂ ਬਾਅਦ ਵਿੱਚ ਜਨਮ ਲਿਆ। ਫਿਰ ਸੰਗਤ ਕਹਿੰਦੀ ਬਾਬਾ ਜੀ ਤੁਹਾਨੂੰ ਬਖਸ਼ਿਸ਼ ਹੈ,
ਬਾਬੇ ਬੁੱਢੇ ਕਿਹਾ ਨੂੰ ਬਾਬੇ ਨਾਨਕ ਨੇ ਕਿਹਾ ਸੀਗਾ, ਬੁੱਢਿਆ ਦੁਨੀਆ ਤੋਂ ਭਾਵੇਂ ਉਹਲੇ ਹੋ ਜਾ ਪਰ ਤੈਥੋਂ ਉਹਲੇ ਨਹੀਂ ਹੋਵਾਂਗਾ, ਤੁਸੀਂ ਲਿਖਾਉਣਾ ਸ਼ੁਰੂ ਕਰੋ, ਆਪੇ ਆਉਂਦਾ ਰਹੂਗਾ। ਕੋ ਸਤਿਨਾਮ। ਫਿਰ ਰਾਮ ਕੋਇਲ ਜੀ ਨੇ ਉਚਾਰਨ ਕੀਤਾ ਇਹ ਸਾਰਾ ਇਤਿਹਾਸ ਤੇ ਲਿਖਦਾ ਕੀਤਾ। ਫਿਰ ਭਾਈ ਸੰਤੋਖ ਸਿੰਘ ਨੇ ਉਹ ਪੁਰਾਣੀਆਂ ਪੋਥੀਆਂ ਲੈ ਕਰਕੇ ਉਹਨੂੰ ਛੰਦਾਬੰਦੀ ਵਿੱਚ ਕੀਤਾ। ਕੋ ਸਤਿਨਾਮ। ਇਸ ਕਰਕੇ ਇੱਥੇ ਲਿਖਦੇ ਆ ਸੰਤੋਖ ਸਿੰਘ ਕਵੀ ਕਿ ਜਿੰਨਾ ਰਾਮ ਕੋਇਲ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਇਤਿਹਾਸ ਇਉਂ ਲਿਖਾ ਦਿੱਤਾ ਜਿਵੇਂ ਆਪਣੀਆਂ ਅੱਖਾਂ ਦੇ ਸਾਹਮਣੇ ਵੇਖਦੇ ਹੋਵਣ ਜੀ। ਸ੍ਰੀ ਗੁਰੂ ਗੋਬਿੰਦ ਸਿੰਘ ਸੁਜਾਨਾ ਜਗ ਤਾਰਨ ਸਿੱਖਨ ਅਗਹਾਨਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੁਜਾਨ, ਸਰਵ ਕਲਾ ਸਮਰਾਟ, ਸਭ ਜਾਣਨ ਵਾਲੇ ਸੁਜਾਨ ਹੁੰਦਾ ਜੋ ਸਵੈ ਨੂੰ ਜਾਣਦਾ ਤੇ ਦੁਨੀਆ ਨੂੰ ਵੀ ਜਾਣਦਾ ਹੈ। ਉਹ ਦੁਨੀਆ ਨੂੰ ਤਾਰਨ ਲਈ ਦੁਨੀਆ ਵਿੱਚ ਸਿੱਖਾਂ ਦੇ ਪਾਪਾਂ ਦਾ ਖਾਤਮਾ ਕਰਨ ਲਈ ਆਏ ਹਨ। ਇਨਕੇ ਨਿਕਟ ਰਹੇ ਸੁਖ ਮਾਨੀ, ਦਰਸ਼ਨ ਦਰਸੇ ਸੁਭਮਤ ਗਿਆਨੀ। ਔਰ ਉਹਨਾਂ ਦੇ ਕੋਲ ਕਾਫੀ ਸਮਾਂ ਰਾਮ ਕੋਇਲ ਜੀ ਨੇ ਰਹਿਣਾ ਕੀਤਾ ਹੈ। ਗੁਰ ਭਾਣਾ ਜਿਨ ਕੇ ਮਨ ਭਾਵੈ, ਆਠੋ ਜਾਮ ਏਕ ਲਿਵ ਲਾਵੈ। ਇੰਨੀ ਪਾਵਰ ਦੇ ਹੁੰਦਿਆਂ ਹੋਇਆਂ ਵੀ ਰਾਮ ਕੋਇਲ ਜੀ ਗੁਰੂ ਦੇ ਭਾਣੇ ਵਿੱਚ ਰਹਿੰਦੇ ਸਨ। ਮੈਂ ਫਿਰ ਬਚਨ ਉਹੀ ਆਰੰਭ ਕਰਾਂ ਸੁਖਮਨੀ ਸਾਹਿਬ ਦਾ, ਜਿਸ ਕਰਕੇ ਮਾਤਾ ਗੁਜਰੀ ਜੀ ਨੇ ਬੇਨਤੀ ਕੀਤੀ ਸਾਨੂੰ ਇਹੋ ਜਿਹੇ ਬ੍ਰਹਮ ਗਿਆਨ ਦੇ ਦਰਸ਼ਨ ਕਰਾਓ ਜਿਹੜਾ ਐਸਾ ਹੋਵੇ ਜੈਸਾ ਸੁਖਮਨੀ ਸਾਹਿਬ ਵਿੱਚ ਪੰਜਵੇਂ ਪਾਤਸ਼ਾਹ ਨੇ ਲਿਖਿਆ ਹੈ, ਤੈਸਾ ਸਵਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖਾਟੀ, ਤੈਸਾ ਰੰਗ ਤੈਸਾ ਰਾਜਾਨ। ਇਹ ਬਚਨ ਜਿਹੜੇ ਲਿਖੇ ਹਨ ਇਹੋ ਜਿਹਾ ਕੋਈ ਸਿੱਖ ਹੈਗਾ? ਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਮਾਤਾ ਜੀ ਕੱਲ ਨੂੰ ਸਹੀ ਫਿਰ ਤੁਸੀਂ ਪ੍ਰਸ਼ਾਦਾ ਤਿਆਰ ਕਰਕੇ ਰੱਖਿਓ ਤੇ ਉਹਨਾਂ ਨੂੰ ਛਕਾ ਕੇ ਫਿਰ ਛਕਿਓ। ਤੇ ਫਿਰ ਰਾਮ ਕੌਰ ਜੀ ਆਏ ਸੀ। ਇਹ ਉਦੋਂ ਦੀ ਘਟਨਾ ਹੈ। ਖੈਰ ਜਿਨ੍ਹਾਂ ਨੇ ਗੁਰੂ ਦੇ ਭਾਣੇ ਨੂੰ ਆਪਣੇ ਜੀਵਨ ਵਿੱਚ ਮੰਨਣਾ ਕੀਤਾ ਹੈ, ਗੁਰ ਪਗ ਪੰਕਜ ਪ੍ਰੇਮ ਪਾਰਾ, ਹਿਰਦੇ ਨਿਰੰਤਰ ਰਹਿ ਕਸਾਰਾ। ਐਸੇ ਰਾਮ ਕੋਇਲ ਜੀ ਹਮੇਸ਼ਾ ਗੁਰੂ ਦੇ ਚਰਨ ਕਮਲਾਂ ਨਾਲ ਬੜਾ ਪਿਆਰ ਕਰਨ ਵਾਲੇ, ਹਿਰਦੇ ਵਿੱਚ ਜੁੜੇ ਰਹਿੰਦੇ ਜੀ। ਕੋ ਗੁਰੂ ਜੀ ਕਰ ਨਿਜ ਮਾਇਆ, ਰਾਮ ਕੋਇਲ ਕੋ ਮਨ ਪਰਮਾਇਆ। ਕਹਿੰਦੇ ਇੱਕ ਵਾਰੀ ਗੁਰੂ ਸਾਹਿਬ ਨੇ ਆਪਣੀ ਮਾਇਆ ਰਾਮ ਕੋਇਲ ਜੀ ਦੇ ਉੱਪਰ ਪਾ ਕੇ ਉਹਨਾਂ ਦਾ ਮਨ ਪਰਮਾਇਆ ਹੈ। ਇਸਮੇ ਕਛ ਸ਼ੰਕਾ ਨੇ ਕੀਜੈ, ਪੂਰਬ ਕੀਤਕ ਭੇਦ ਲੀਜੈ। ਔਰ ਪਹਿਲਾਂ ਵੀ ਐਸਾ ਹੋਇਆ ਗੁਰੂ ਸਾਹਿਬ ਕਈ ਵਾਰੀ ਆਪਣੀ ਮਾਇਆ ਪਾ ਕੇ ਸਿੱਖਾਂ ਨੂੰ ਪਰਖਦੇ ਹਨ ਔਰ ਰਾਮ ਕੋਇਲ ਜੀ ਤੇ ਵੀ ਪੌਣੀ ਕੀਤੀ ਹੈ। ਪਰ ਮਾਇਆ ਪ੍ਰਬਲ ਪਰਮਾਵਨ ਕਰੈ, ਅਸਨੇ ਕੋ ਤਿਸ ਛਿਨ ਰਹਿ ਥਿਰੈ। ਔਰ ਐਸੀ ਗੱਲ ਨਹੀਂ ਕਿ ਗੁਰੂ ਨੇ ਮਾਇਆ ਪਾਈ ਤੇ ਸਿੱਖ ਜਿਹੜਾ ਹੈ ਉਸ ਮਾਇਆ ਨੂੰ ਝੱਲ ਜਾਵੇ, ਭਾਵ ਉਹ ਭਰਮ ਜਾਂਦਾ ਹੈ। ਤੇ ਪਰ ਸਤਿਗੁਰ ਦੇ ਨਿਜ ਹੱਥ ਬਚਾਵੈ, ਸੋ ਬਰੇ ਮਨ ਨਹੀਂ ਡੁਲਾਵੈ। ਜਿਹੜਾ ਗੁਰੂ ਦੀ ਮਾਇਆ ਨੂੰ ਸਮਝ ਜਾਂਦਾ ਹੈ, ਆਪਣੇ ਮਨ ਨੂੰ ਕੰਟਰੋਲ ਕਰ ਲੈਂਦਾ ਹੈ, ਉਹਨੂੰ ਗੁਰੂ ਹੱਥ ਦੇ ਕੇ ਬਚਾ ਵੀ ਲੈਂਦਾ ਹੈ। ਕਾਗ ਪਸੁੰਡ ਗੰਗੇਸ਼ ਜੋ ਹੈ, ਪ੍ਰਭੂ ਸਮੀਪੇ ਜੋ ਨਿਤਰੈ। ਖੈਰ ਅਗਲੀ ਵਿਚਾਰ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਕਾਗ ਪਸੁੰਡ ਤੇ ਗਰਡ ਪੰਛੀ, ਇਹਨਾਂ ਦੇ ਬਾਰੇ ਦੱਸਿਆ ਕਿ ਕੋਈ ਕਾਵਾ ਸਮਾਂ ਸੀ ਇਹ ਪਰਮੇਸ਼ਰ ਦੇ ਕੋਲ ਰਹਿੰਦੇ ਸਨ। ਬਹਿਰ ਬਿਸ਼ਟ ਟਾਇਕ ਬ੍ਰਹਮ ਗਿਆਨੀ, ਇਨਕੇ ਪਿਓ ਮੋਹ ਜਗ ਜਾਨੀ। ਔਰ ਜਿਹੜੇ ਵਿਸ਼ੇਸ਼ਟ ਵਰਗੇ ਬ੍ਰਹਮ ਗਿਆਨੀ ਹੋਏ ਹਨ ਇਹ ਵੀ ਮੋਹ ਵਿੱਚ ਫਸ ਗਏ। ਇਸ ਗੱਲ ਨੂੰ ਸਾਰੀ ਦੁਨੀਆ ਜਾਣਦੀ ਆ। ਹੁਣ ਕੁਝ ਉਦਾਹਰਨਾਂ ਦੇ ਕੇ ਭਾਈ ਸਾਹਿਬ ਜੀ ਇਸ ਗੱਲ ਨੂੰ ਕਲੀਅਰ ਕਰਦੇ ਆ ਕਿ ਗੁਰੂ ਸਾਹਿਬ ਜੀ ਨੇ ਇੱਕ ਵਾਰੀ ਰਾਮ ਕੋਇਲ ਜੀ ਨੂੰ ਕਿਵੇਂ ਪਰਖਣਾ ਕੀਤਾ ਹੈ। ਕੌਣ ਸਬਣਤੀ ਮੈਦ ਮਹਾਨਾ, ਜਿਨਕੇ ਨਹੀਂ ਦੇਸ਼ ਅਗਿਆਨਾ। ਪਰ ਫਿਰ ਵੀ ਜਿਨ੍ਹਾਂ ਤੇ ਪਰਮੇਸ਼ਰ ਕਿਰਪਾ ਕਰਦਾ ਹੈ, ਰਾਮ ਕੋਇਲ ਜੀ ਜਿਨ੍ਹਾਂ ਦੇ ਹਿਰਦੇ ਵਿੱਚ ਲੇਸ਼ ਮਾਤਰ ਵੀ ਅਗਿਆਨਤਾ ਨਹੀਂ ਹੈ। ਤਿਮਨ ਕੇ ਮਨ ਮੋਹ ਪਾਵਾ, ਸੁਨੋ ਕਥਾ ਸੋ ਅਗਬਦ ਲਾਵਾ। ਇੱਕ ਵਾਰ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਦੇ ਮਨ ਵਿੱਚ ਮੋਹ ਪੈਦਾ ਕਰ ਦਿੱਤਾ ਹੈ। ਤਿਮ ਸ਼੍ਰੀ ਰਾਮ ਕੋਇਲ ਗੁਰ ਸਿੱਖ, ਤਿਸਕੇ ਕਹੋ ਕਥਾ ਕੁਛ ਲਿਖ। ਆਓ ਰਾਮ ਕੋਇਲ ਜੀ ਦੀ ਇੱਕ ਕਥਾ ਮੈਂ ਤੁਹਾਨੂੰ ਦੱਸਣੀ ਕਰਦਾ ਹਾਂ। ਸ਼੍ਰੀ ਗੋਬਿੰਦ ਸਿੰਘ ਗੁਰ ਬਰ ਦਸਮ, ਜਿਨਕੇ ਦਿਪਤ ਤੇਜ ਕੀ ਰਿਸ਼ਮ। ਜਿਹੜੇ ਬੜੇ ਤੇਜ ਪ੍ਰਤਾਪ ਵਾਲੇ ਹਨ, ਤੇਜ ਦੀਆਂ ਰਿਸ਼ਮਾਂ ਭਾਵ ਕਿਰਨਾਂ ਪੈਂਦੀਆਂ ਹਨ ਚਿਹਰੇ ਤੋਂ, ਜਿਨ੍ਹਾਂ ਦੇ ਸਾਹਮਣੇ ਕੋਈ ਝਾਕ ਨਹੀਂ ਸਕਦਾ। ਕੈਸੀ ਘਟਨਾ ਘਟਾਈ ਹੈ ਇਹ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੁਣ ਸਮਾਂ ਸਮਾਪਤੀ ਤੇ ਆ। ਬੋਲਦਿਆਂ ਨੇਕਾਂ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ।
हे अच्युत हे पार ब्रह्म अविनाशी अगनास हे पूरन हे सर्वमय दुख पंचन गुणतास हे संगी हे निरंकार हे निर्गुण सब टेक हे गोविंद हे गुण निधान जाके सदा विवेक हे अपरंपर हर हरे हैप्पी हो बनहार हे संत कै सदा संग निदारा आधार हे ठाकुर हो दास रो वह निर्गुण गुण नहीं कोय नानक दीजै नाम दान राखो ये परोए आए प्रभ शरणागति कृपा नित दयाल एक अखर हर मन बसत नानक होत निहाल एक ओंकार सतगुर ते प्रसाद सच हुए वाहिगुरु जी की फतेह है विघ्न विनाशन सोए वाहिगुरु जी की फतेह है विघ्न विनाशन सोए वाहिगुरु जी का खालसा वाहिगुरु जी की फतेह। बहुत बहुत धन्यवाद सर्व संगतां जिन्हां ने हाजरियां लवाइयां गुरु जी सरवण कीता पातशाह खुशे बख्शन आप कीर्तन श्रवण करिए जी बुला फतेह पा फतेह वाहिगुरु जी का खालसा वाहिगुरु जी की फतेह।